ਸਤਿ ਸ੍ਰੀ ਅਕਾਲ ਬੇਟਾ ਜੀ। ਸੋਰਸਿਸ ਆਫ એનર્ਜੀ ਚੈਪਟਰ ਰਿਵਾਈਜ਼ ਕਰਦੇ ਹਾਂ। ਸੋਰਸਿਸ ਆਫ એનર્ਜੀ ਮਤਲਬ ਅਸੀਂ એનર્ਜੀ ਕਿੱਥੋਂ ਲੈ ਸਕਦੇ ਹਾਂ। ਤੁਹਾਡੇ ਜਿਹੜੀ ਬਿਜਲੀ ਆ ਰਹੀ ਹੈ ਘਰੋਂ ਕਿੱਥੋਂ ਆ ਰਹੀ ਹੈ, ਕੀ ਹੈ ਸੋਰਸ ਦਾ। ਜੇ ਤੁਸੀਂ ਪਿੰਡਾਂ 'ਚ ਜਾਓ, ਉੱਥੇ ਉਹ ਲੱਕੜੀ ਯੂਜ਼ ਕਰ ਰਹੇ ਖਾਣਾ ਪਕਾਉਣ ਵਾਸਤੇ, ਉਹ ਵੀ એનર્ਜੀ ਦਾ ਸੋਰਸ ਕੀ ਲੈ ਰਹੇ ਆ, ਪੇੜਾਂ ਨੂੰ ਲੈ ਰਹੇ ਆ। ਤਾਂ ਡਿਫਰੈਂਟ ਸੋਰਸਿਸ ਕਿੱਦਾਂ ਹੁੰਦੇ ਹਨ, ਅਸੀਂ ਕਿੱਦਾਂ ਪਛਾਣ ਕਰੀਏ ਸਭ ਤੋਂ ਪਹਿਲਾਂ ਕਿ ਕਿਹੜਾ ਸੋਰਸ ਸਾਡੇ ਵਾਸਤੇ ਵਧੀਆ ਹੈ। ਤਾਂ ਇਹਦੇ ਵਾਸਤੇ 4 ਕੁਆਲਿਟੀਆਂ ਸਾਨੂੰ ਪਤਾ ਹੋਣੀ ਚਾਹੀਦੀਆਂ। ਪਹਿਲੀ ਗੱਲ ਤਾਂ ਇਹ ਲਾਰਜ ਅਮਾਊਂਟ ਆਫ એનર્ਜੀ ਪਰ ਯੂਨਿਟ ਵੋਲਿਊਮ ਜਾਂ ਮਾਸ ਕੱਢੇ। ਇਹਦਾ ਮਤਲਬ ਕੀ ਹੈ, ਹੁਣ ਸਪੋਜ਼ ਕਰੋ ਅਸੀਂ 1 ਲੀਟਰ ਕੋਈ ਫਿਊਲ ਲੈ ਕੇ ਆਏ ਤੇ ਉਹਦੇ 'ਚ ਮਾਚਿਸ ਜਿਹੀ એનર્ਜੀ ਨਿਕਲੇ ਤਾਂ ਫਾਇਦਾ ਹੈ। ਇੰਨਾ ਜ਼ਿਆਦਾ ਵੋਲਿਊਮ ਲੈ ਕੇ ਆਏ ਤੇ ਥੋੜ੍ਹੀ ਜਿਹੀ એનર્ਜੀ ਬਣੀ। ਤਾਂ ਜਿੰਨਾ ਵੀ ਅਸੀਂ ਮਾਸ ਯੂਜ਼ ਕਰਾਈਏ, ਵੋਲਿਊਮ ਯੂਜ਼ ਕਰੀਏ, ਉਸ ਤੋਂ ਸਾਨੂੰ ਲਾਰਜ ਅਮਾਊਂਟ ਆਫ એનર્ਜੀ ਮਿਲਣਾ ਚਾਹੀਦਾ। ਤਾਂ ਪਹਿਲਾ ਤਾਂ ਪੁਆਇੰਟ ਇਹ ਹੋ ਗਿਆ। ਦੂਜੀ ਚੀਜ਼, ਇਹ ਐਕਸੈਸਿਬਲ ਹੋਣੀ ਚਾਹੀਦੀ ਹੈ ਜਾਂ ਈਜ਼ੀਲੀ ਅਵੇਲੇਬਲ ਹੋਣੀ ਚਾਹੀਦੀ ਹੈ, ਆਸਾਨੀ ਨਾਲ ਸਾਨੂੰ ਮਿਲੇ। ਇਹ ਨਾ ਹੋਏ ਇਹਦੀ ਮਿਲਣਾ ਹੀ ਬਹੁਤ ਮੁਸ਼ਕਿਲ ਹੋਵੇ। ਜਿਵੇਂ ਹੁਣ ਸ਼ਹਿਰਾਂ 'ਚ ਅਸੀਂ ਕਰੀਏ ਤਾਂ ਲੱਕੜੀ ਜਿਹੜੀ ਆਸਾਨੀ ਨਾਲ ਉਪਲਬਧ ਨਹੀਂ ਹੈ, ਤਾਂ ਕਰਕੇ ਈਜ਼ੀਲੀ ਅਵੇਲੇਬਲ ਸਾਡੇ ਵਾਸਤੇ ਨਹੀਂ ਹੈ। ਇੱਦਾਂ ਅਸੀਂ ਸਮਝ ਸਕਦੇ ਹਾਂ। ਤੀਜੀ ਗੱਲ, ਇਹ ਈਜ਼ੀਲੀ ਸਟੋਰਡ ਹੋ ਸਕੇ ਅਤੇ ਟਰਾਂਸਪੋਰਟਡ ਹੋ ਸਕੇ, ਯਾਨੀ ਕਿ ਇਹਨੂੰ ਟਰਾਂਸਪੋਰਟ ਕੀਤਾ ਜਾ ਸਕੇ। ਮੰਨ ਲਓ ਤੁਹਾਡਾ ਗੈਸ ਦਾ ਸਿਲੰਡਰ, ਦੇਖੋ ਕਿੰਨੀ ਆਸਾਨੀ ਨਾਲ ਉਹ ਟਰਾਂਸਪੋਰਟ ਹੋ ਜਾਂਦਾ ਹੈ, ਤੁਹਾਡੇ ਘਰ ਪਹੁੰਚ ਜਾਂਦਾ ਹੈ ਸਿਲੰਡਰ। ਤੁਸੀਂ ਸਟੋਰ ਕਰ ਵੀ ਰੱਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਆਉਂਦੀ। ਤਾਂ ਇਹ ਵੀ ਇੰਪੋਰਟੈਂਟ ਚੀਜ਼ ਹੈ। ਸੋਰਸ ਆਫ એનર્ਜੀ ਨੂੰ ਅਸੀਂ ਚੰਗਾ ਜੱਜ ਕਰਨਾ ਹੈ, ਤਾਂ ਇਹ ਵੀ ਇੱਕ ਕੁਆਲਿਟੀ ਹੈ। ਅਤੇ ਚੌਥੀ ਅਤੇ ਮੋਸਟ ਇੰਪੋਰਟੈਂਟ ਵੀ ਕਹਿ ਸਕਦੇ ਹੋ ਇਹਨੂੰ, ਸਸਤਾ ਹੋਣਾ ਚਾਹੀਦਾ। ਹੁਣ ਇਹ ਕੋਈ ਫਿਊਲ ਹੋਇਆ, ਯੂਰੇਨੀਅਮ ਹੋਇਆ ਹੈ, ਜਿਹਦੇ ਨਾਲ ਨਿਊਕਲੀਅਰ એનર્ਜੀ ਬਣਦੀ ਹੈ, ਇੰਨਾ ਮਹਿੰਗਾ ਹੈ, ਆਮ ਬੰਦਾ ਤਾਂ ਉਹਨੂੰ ਯੂਜ਼ ਹੀ ਨਹੀਂ ਕਰ ਸਕਦਾ। ਇੰਨੀ ਜ਼ਿਆਦਾ ਮਹਿੰਗੀ એનર્ਜੀ ਯੂਜ਼ ਨਹੀਂ ਕਰ ਸਕਦਾ, ਤਾਂ ਕੀ ਕਰੀਏ। ਤਾਂ ਫਿਰ ਕੀ ਫਾਇਦਾ ਹੋਇਆ। ਲੋਕਾਂ ਨੇ ਤਾਂ ਜਿਹੜੀ ਕੋਸਟਲੀ ਚੀਜ਼ ਘੱਟ ਹੋਏਗੀ ਉਹੀ ਫਿਊਲ ਵਰਤਣਾ ਹੈ। ਤਾਂ ਹੀ ਕਰਕੇ ਤੁਸੀਂ ਦੇਖੋ ਪੁਰਾਣੇ ਟਾਈਮ 'ਤੇ ਮਿੱਟੀ ਦਾ ਤੇਲ ਯੂਜ਼ ਕਰਦੇ ਸੀ, ਸਸਤਾ ਹੁੰਦਾ ਸੀ। ਤਾਂ ਕੋਸਟਲੀ ਵੀ ਨਹੀਂ ਹੋਣਾ ਚਾਹੀਦਾ, ਜਾਂ ਅਸੀਂ ਕਹਿ ਸਕਦੇ ਹਾਂ ਇਕੋਨੋਮਿਕਲ ਹੋਣਾ ਚਾਹੀਦਾ ਹੈ। ਸਾਡੀ ਇਕੋਨਮੀ ਨੂੰ ਠੀਕ ਬਹਿਣਾ ਚਾਹੀਦਾ ਹੈ, ਘਰ ਦੀ ਇਕੋਨਮੀ ਜਿਹੜੀ ਹੈ ਉਹਦੇ ਵਾਸਤੇ ਠੀਕ ਰਹਿਣਾ ਚਾਹੀਦਾ ਹੈ, ਜ਼ਿਆਦਾ ਸਾਨੂੰ ਖਰਚਾ ਨਾ ਕਰਨਾ ਪਵੇ। ਚਲੋ ਹੁਣ ਅਸੀਂ ਵੇਖਾਂਗੇ ਡਿਫਰੈਂਟ ਟਾਈਪ ਆਫ ਜਿਹੜੇ ਸੋਰਸਿਸ ਆਫ એનર્ਜੀ ਹਨ, ਉਹ ਕਿੱਦਾਂ ਉਹਨਾਂ ਦੀ ਕਲਾਸੀਫਿਕੇਸ਼ਨ ਹੋਈ ਹੈ। ਸਭ ਤੋਂ ਪਹਿਲੇ ਪੁਆਇੰਟ ਹੈ ਕਨਵੈਨਸ਼ਨਲ ਸੋਰਸ ਆਫ એનર્ਜੀ। ਕਨਵੈਨਸ਼ਨਲ ਦਾ ਮਤਲਬ ਹੈ ਓਲਡ ਤਰੀਕਾ ਜਿਹੜਾ ਹੁੰਦਾ ਹੈ, ਜਿੱਦਾਂ ਅਸੀਂ ਕਹਿੰਦੇ ਆ ਕਿ ਜਿਹੜਾ ਵਿਆਹ ਹੁੰਦਾ ਹੈ ਕਨਵੈਨਸ਼ਨਲ ਤਰੀਕੇ ਨਾਲ ਕਿੱਦਾਂ ਹੁੰਦਾ ਸੀ। ਹੁਣ ਜਿਹੜੇ ਹੈ ਬੜੇ ਨਿਊ ਚੇਂਜਸ ਆ ਗਏ, ਨੋਨ ਕਨਵੈਨਸ਼ਨਲ ਤਰੀਕੇ ਆ ਗਏ ਹੈ। ਉੱਦਾਂ ਹੀ ਅਸੀਂ ਕਨਵੈਨਸ਼ਨਲ ਸੋਰਸ ਨੂੰ ਸਮਝਣਾ ਹੈ, ਜਿਹੜਾ ਕਾਫੀ ਟਾਈਮ ਤੋਂ ਅਸੀਂ ਯੂਜ਼ ਕਰ ਰਹੇ ਹਾਂ। ਕਹਿਣ ਦਾ ਭਾਵ ਅਸੀਂ ਇੱਥੇ ਓਲਡ ਲੈ ਲੈਣ ਤਾਂ ਕੋਈ ਗਲਤ ਨਹੀਂ ਹੋਏਗਾ। ਜਿਹੜੇ ਓਲਡ ਮੈਥਡਸ ਹਨ ਅਸੀਂ ਹਾਲੇ ਤੱਕ ਯੂਜ਼ ਕਰ ਰਹੇ, ਉਹਦੇ 'ਚ ਅਸੀਂ ਯੂਜ਼ ਕਰ ਰਹੇ ਹਾਂ ਫੋਸਿਲ ਫਿਊਲ, ਥਰਮਲ ਪਾਵਰ ਪਲਾਂਟ ਐਂਡ ਹਾਈਡਰੋ ਪਾਵਰ ਪਲਾਂਟ। ਇਹ ਕਾਫੀ ਚਿਰ ਤੋਂ ਅਸੀਂ ਚੀਜ਼ਾਂ ਯੂਜ਼ ਕਰ ਰਹੇ ਹਨ। ਤਾਂ ਚਲੋ ਇੱਕ ਇੱਕ ਕਰਕੇ ਇਹਨਾਂ ਦੀ ਅਸੀਂ ਚਰਚਾ ਕਰਨੀ ਹੈ। ਸਭ ਤੋਂ ਪਹਿਲੇ ਚਰਚਾ ਕਰਾਂਗੇ ਫੋਸਿਲ ਫਿਊਲ ਦੀ। ਫੋਸਿਲ ਫਿਊਲ ਕਿਹਨੂੰ ਕਹਿੰਦੇ ਆ। ਇਹ ਰਿਮੇਨਸ ਹੁੰਦੇ ਹੈ ਪਲਾਂਟਸ ਤੇ ਐਨੀਮਲਸ ਦੇ, ਜਿਹੜੇ ਅਰਥ ਦੇ ਕਰਸਟ 'ਚ ਪਾਏ ਜਾਂਦੇ ਹਨ। ਅਰਥ ਦੀ ਜਿਹੜੀ ਉੱਪਰਲੀ ਸਤ੍ਹਾ ਹੈ ਉਹਦੇ 'ਚ ਕਿਸੇ ਟਾਈਮ ਬਹੁਤ ਪਹਿਲੇ ਕੀ ਹੋਇਆ ਹੋਏਗਾ, ਕਿਸੇ ਕਾਰਨ ਜਿਹੜੇ ਪਲਾਂਟਸ ਐਂਡ ਐਨੀਮਲ ਥੱਲੇ ਦਬ ਗਏ ਹਨ। ਉਹਨਾਂ ਦੇ ਰਿਮੇਨਸ ਯਾਨੀ ਕਿ ਉਹਨਾਂ ਦੇ ਅਵਸ਼ੇਸ਼ ਜਿਹੜੇ ਹੈਗੇ ਆ ਉਹ ਥੱਲੇ ਦਬ ਗਏ ਹਨ। ਉਹ ਕੋਇਲਾ ਬਣ ਜਾਂਦਾ ਹੈ, ਉਹ ਪੈਟਰੋਲੀਅਮ ਬਣ ਜਾਂਦਾ ਹੈ ਪ੍ਰੈਸ਼ਰ ਦੇ ਕਾਰਨ। ਇਹਨੂੰ ਅਸੀਂ ਇਹ ਯੂਜ਼ ਕਰਦੇ ਹਾਂ। ਤੁਹਾਡੇ ਦਿਮਾਗ 'ਚ ਫੋਸਿਲ ਫਿਊਲ 'ਚ ਕੀ ਆਉਣਾ ਚਾਹੀਦਾ, ਆਇਲ ਤੇ ਪੈਟਰੋਲੀਅਮ। ਦੇਖੋ ਪੈਟਰੋਲ ਅਸੀਂ ਯੂਜ਼ ਕਰਦੇ ਪਏ ਹਾਂ, ਡੀਜ਼ਲ ਯੂਜ਼ ਕਰਦੇ ਪਏ ਹਾਂ, ਮਿੱਟੀ ਦਾ ਤੇਲ ਯੂਜ਼ ਕਰਦੇ ਪਏ ਹਾਂ, ਇਹ ਸਾਰਾ ਫੋਸਿਲ ਫਿਊਲ ਹੈ। ਵੀ ਇੰਪੋਰਟੈਂਟ ਹੈ ਜਿਹੜਾ ਕੋਇਲਾ ਯੂਜ਼ ਹੁੰਦਾ ਹੈ। ਤੁਸੀਂ ਅੱਗੇ ਦੇਖੋਗੇ ਕਿੰਨਾ ਇੰਪੋਰਟੈਂਟ ਹੈ ਕੋਇਲਾ, ਤੇ ਅੱਜ ਕਿੰਨਾ ਅਸੀਂ ਯੂਜ਼ ਕਰ ਰਹੇ ਹਾਂ। ਇਹ ਇੱਕ ਨॉन ਰੀਨਿਊਏਬਲ ਸੋਰਸ ਹੈ। ਨॉन ਰੀਨਿਊਏਬਲ ਨਵਾਂ ਨਹੀਂ ਹੋ ਸਕਦਾ, ਰੀਨਿਊ ਨਹੀਂ ਕਰ ਸਕਦੇ। ਜਿਵੇਂ ਤੁਹਾਡਾ ਪਾਸਪੋਰਟ ਜਿਹੜਾ ਹੈਗਾ ਉਹ ਖਤਮ ਹੋ ਜਾਏ, ਉਹਦੀ ਐਕਸਪਾਇਰੀ ਡੇਟ ਆ ਜਾਏ, ਤਾਂ ਤੁਸੀਂ ਉਹਨੂੰ ਰੀਨਿਊ ਕਰਾ ਸਕਦੇ ਹੋ। ਇਹਨੂੰ ਤੁਸੀਂ ਰੀਨਿਊ ਨਹੀਂ ਕਰਾ ਸਕਦੇ। ਇਹਦਾ ਮਤਲਬ ਜਿੰਨੇ ਵੀ ਸਾਡੇ ਅਵਸ਼ੇਸ਼ ਹਨ ਉਹ ਲਿਮਿਟਡ ਹੀ ਹਨ। ਉਹਨੂੰ ਕੱਢ ਲਿਆ ਸਾਰਿਆਂ ਨੂੰ, ਫਿਰ ਅਰਥ ਤੇ ਕਰਸਟ 'ਚ ਕੁਛ ਨਹੀਂ ਰਹਿ ਜਾਣਾ, ਤਾਂ ਇਹਨਾਂ ਨੇ ਖਤਮ ਹੋ ਜਾਣਾ ਹੈ। ਤਾਂ ਹੀ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਫੋਸਿਲ ਫਿਊਲ ਜ਼ਿਆਦਾ ਯੂਜ਼ ਨਹੀਂ ਕਰਨਾ ਚਾਹੀਦਾ। ਦੂਜੀ ਇਹਨਾਂ ਦੀ ਨੈਗੇਟਿਵ ਚੀਜ਼ ਕੀ ਹੈ ਕਿ ਪੋਲਿਊਸ਼ਨ ਇਹ ਬਹੁਤ ਪ੍ਰੋਡਿਊਸ ਕਰਦੇ ਹਨ। ਇਹਨਾਂ ਨੇ ਜਦੋਂ ਜਲਣਾ ਹੈ ਤਾਂ ਐਸਿਡਿਕ ਆਕਸਾਈਡ ਬਣਾਉਂਦੇ ਹਨ, ਜਿਹੜੇ ਵਾਤਾਵਰਣ 'ਚ ਜਾਣਗੇ ਤਾਂ ਤੁਸੀਂ ਸੁਣਿਆ ਹੋਣਾ ਐਸਿਡ ਰੇਨ ਪ੍ਰੋਡਿਊਸ ਹੁੰਦੀ ਹੈ। ਤਾਂ ਇਹ ਚੀਜ਼ ਪੋਲਿਊਸ਼ਨ ਇਹ ਕ੍ਰੀਏਟ ਕਰਦੇ ਹਨ। ਤੇ ਲਾਸਟ ਗੱਲ ਅਸੀਂ ਇੱਥੇ ਕਰ ਸਕਦੇ ਹਾਂ ਕਿ ਜਿਹੜੀ ਘਰ ਦੀ ਇਲੈਕਟ੍ਰਿਸਿਟੀ ਹੈ ਉਹ ਕਿਹਦੇ ਨਾਲ ਚੱਲ ਰਹੀ ਹੈ। ਇਸ ਵਕਤ ਤੁਸੀਂ ਜੇ ਟਿਊਬਲਾਈਟ ਜਲਾਈ ਹੋਈ ਹੈ ਤਾਂ ਤੁਸੀਂ ਇਹ ਸਮਝ ਲਓ ਕਿਤੇ ਨਾ ਕਿਤੇ ਕੋਇਲਾ ਜਲ ਰਿਹਾ ਹੈ। ਸਾਡੇ ਪਾਵਰ ਪਲਾਂਟਸ ਹਨ ਜਿੱਥੇ ਕੋਇਲਾ ਜਲ ਰਿਹਾ ਹੈ, ਤਾਂ ਕਰਕੇ ਤੁਹਾਡੇ ਘਰ ਇਲੈਕਟ੍ਰਿਸਿਟੀ ਪਹੁੰਚ ਰਹੀ ਹੈ। ਇੰਡੀਆ ਦੀ 55% ਜਾਂ 55% ਜਿਹੜੀ ਮੰਗ ਹੈ, ਡਿਮਾਂਡ ਹੈ, ਉਹ ਕੋਲ ਨਾਲ ਹੀ ਕੀਤੀ ਜਾਂਦੀ ਹੈ। ਕੋਲ ਹੀ ਕਿਉਂ ਯੂਜ਼ ਕਰਦੇ ਆ। ਕੋਲ ਯੂਜ਼ ਕਰਦੇ ਆ ਕਿਉਂਕਿ ਸਸਤਾ ਹੈ, ਹਾਲੇ ਤੱਕ ਬਹੁਤ ਹੀ ਚੀਪ ਹੈ, ਐਬੰਡੈਂਟ ਹੈ, ਕਾफ़ੀ ਜਗ੍ਹਾ ਮਿਲ ਜਾਂਦਾ ਹੈ, ਟਰਾਂਸਪੋਰਟੇਸ਼ਨ ਈਜ਼ੀ ਹੈ। ਤਾਂ ਕਰਕੇ ਅਸੀਂ ਜ਼ਿਆਦਾਤਰ ਕੋਲ ਯੂਜ਼ ਕਰਦੇ ਹਾਂ। ਦੇਖ ਲਓ ਸਾਡੇ ਇੰਡੀਆ 'ਚ ਅੱਧਾ ਡਿਮਾਂਡ ਤਾਂ ਕੋਲ ਹੀ ਪੂਰੀ ਕਰ ਰਿਹਾ ਹੈ।
ਹੁਣ ਅੱਗੇ ਜਾਣ ਤੋਂ ਪਹਿਲੇ ਇਹ ਯਾਦ ਰੱਖਣਾ ਹੈ ਕਿ ਜਿਹੜਾ ਅਸੀਂ ਮੈਗਨੈਟਿਕ ਇਫੈਕਟਸ ਆਫ ਕਰੰਟ ਕੀਤਾ ਸੀ, ਉਹੀ ਚੈਪਟਰ ਬਾਰ-ਬਾਰ ਉਹਦਾ ਲੌਜਿਕ ਇੱਥੇ ਰਿਪੀਟ ਹੋਣਾ ਹੈ। ਅਸੀਂ ਉੱਥੇ ਦੇਖਿਆ ਸੀ ਜੇ ਨਾਰਥ ਸਾਊਥ ਇਦਾਂ ਪੋਲ ਹੋਏ ਤੇ ਵਿੱਚ ਕੋਈ ਕੰਡਕਟਰ ਹੋਏ, ਉਹਨੂੰ ਜੇ ਅਸੀਂ ਮੂਵ ਕਰਾਈਏ ਜਾਂ ਰੋਟੇਟ ਕਰਾਈਏ ਤਾਂ ਇਹਦੇ 'ਚ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਜਾਂਦੀ ਹੈ। ਬਸ ਇਹੀ ਚੀਜ਼ ਅਸੀਂ ਹਰ ਵਾਰ ਯੂਜ਼ ਕਰਨੀ ਹੈ। ਹੁਣ ਫੋਰ ਐਗਜ਼ਾਮਪਲ ਇੱਥੇ ਮੈਂ ਇਸ ਕੰਡਕਟਰ ਨੂੰ ਘੁਮਾਈ ਜਾਵਾਂ ਤਾਂ ਇਹਦੇ ਅੰਦਰ ਇਲੈਕਟ੍ਰਿਸਿਟੀ ਆ ਜਾਣੀ ਹੈ। ਹੁਣ ਮੈਂ ਨਾ ਘੁਮਾ ਕੇ ਸੋਰਸਿਸ ਕੋਈ ਹੋਰ ਕਰ ਲਵਾਂ, ਮੈਂ ਵਿੰਡ ਨਾਲ ਇਹਨੂੰ ਯੂਜ਼ ਕਰਕੇ ਘੁਮਾ ਲਵਾਂ, ਮੈਂ ਸਾਗਰ ਓਸ਼ੀਅਨ ਨੂੰ ਯੂਜ਼ ਕਰ ਲਵਾਂ, ਮੈਂ ਸੋਲਰ ਨੂੰ ਯੂਜ਼ ਕਰ ਲਵਾਂ, ਇੱਦਾਂ ਅਸੀਂ ਡਿਫਰੈਂਟ ਤਰੀਕੇ ਦੇਖਾਂਗੇ। ਬਟ ਕਹਿਣ ਦਾ ਭਾਵ ਸੇਮ ਹੀ ਰਹਿਣਾ ਹੈ ਕਿ ਐਟ ਲਾਸਟ ਅਸੀਂ ਜਨਰੇਟਰ ਹੀ ਮੂਵ ਕਰਾਉਣਾ ਹੈ। ਜਨਰੇਟਰ 'ਚ ਅਸੀਂ ਕੰਡਕਟਰ ਜਿਹੜਾ ਹੈ ਉਹ ਰੋਟੇਟ ਕਰਾਉਣਾ ਹੈ ਇਲੈਕਟ੍ਰਿਸਿਟੀ ਬਣਾਉਣ ਵਾਸਤੇ। ਹੁਣ ਅੱਗੇ ਦੇਖਾਂਗੇ ਤਾਂ ਤੁਸੀਂ ਸਮਝੋਗੇ। ਸਭ ਤੋਂ ਪਹਿਲੇ ਲੈਂਦੇ ਆ ਥਰਮਲ ਪਾਵਰ ਪਲਾਂਟ। ਜਿਹੜੀ ਹੁਣ ਤੁਸੀਂ ਬਿਜਲੀ ਦੇਖ ਰਹੇ ਹੋ ਇਸ ਵਕਤ ਜਿਹੜੀ ਟਿਊਬਲਾਈਟ ਚਲੀ ਹੋਈ ਹੈ ਥਰਮਲ ਪਾਵਰ ਪਲਾਂਟ ਤੇ ਹੀ ਆ ਰਹੀ ਹੈ। ਡਿਫਰੈਂਟ ਪਾਵਰ ਪਲਾਂਟ ਜਿਹੜੇ ਹੈਗੇ ਆ ਪੰਜਾਬ 'ਚ ਹੈਗੇ ਆ, ਉਹਦੇ ਨਾਲ ਤੁਹਾਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਅਸੀਂ ਕੀ ਕਰਦੇ ਹਾਂ, ਫੋਸਿਲ ਫਿਊਲ ਚਲਾਉਂਦੇ ਹਾਂ, ਖਾਸ ਕਰਕੇ ਕਿਹੜਾ ਚਲਾਉਂਦੇ ਆ, ਕੋਲ ਚਲਾਉਂਦੇ ਹਾਂ। ਫਿਰ ਇਹਦੇ ਨਾਲ ਜਿਹੜੀ ਹੀਟ ਮਿਲਦੀ ਹੈ ਉਹਦੇ ਨਾਲ ਅਸੀਂ ਵਾਟਰ ਨੂੰ ਸਟੀਮ 'ਚ ਕਨਵਰਟ ਕਰ ਲੈਣਾ ਹੈ। ਇਹ ਸਟੀਮ ਹਾਈ એનર્ਜੀ ਦੀ ਹੁੰਦੀ ਹੈ, ਇਹ ਐਕਸਪੈਂਡ ਹੁੰਦੀ ਹੈ। ਇਹਦੀ ਐਕਸਪੈਂਸ਼ਨ ਕਰਕੇ ਇਹਦੀ ਜਿਹੜੀ એનર્ਜੀ ਹੈ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਅਸੀਂ ਯੂਜ਼ ਕਰਾਂਗੇ ਟਰਬਾਈਨ ਨੂੰ ਰੋਟੇਟ ਕਰਾਉਣ ਵਾਸਤੇ, ਜਿਹੜੀ ਕਨੈਕਟਡ ਹੁੰਦੀ ਹੈ ਜਨਰੇਟਰ ਤੇ। ਜਨਰੇਟਰ ਮਤਲਬ ਡਾਇਨਾਮੋ ਵੀ ਲਿਖਿਆ ਹੋਇਆ ਹੈ ਬੁੱਕ 'ਚ, ਜਨਰੇਟਰ ਉਹੀ ਹੈ ਜਿਹੜਾ ਅਸੀਂ ਹੁਣ ਪਿੱਛੇ ਡਿਸਕਸ ਕਰ ਚੁੱਕੇ ਹਾਂ। ਇਹ ਹੈ ਜਨਰੇਟਰ, ਜਿੱਥੇ ਕੰਡਕਟਰ ਘੁਮਾਈਏ ਤਾਂ ਉਹਦੇ 'ਚ ਕਰੰਟ ਆ ਜਾਏਗਾ। ਤਾਂ ਇਹਦੇ ਨਾਲ ਇਹ ਕਨੈਕਟਡ ਹੁੰਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਹੀਟ એનર્ਜੀ ਜਿਹੜੀ ਹੈ ਕਨਵਰਟ ਹੋ ਰਹੀ ਹੈ ਇਲੈਕਟ੍ਰਿਕ એનર્ਜੀ 'ਚ। ਅਸੀਂ ਥਰਮਲ ਪਾਵਰ ਪਲਾਂਟ 'ਚ, ਥਰਮਲ ਦਾ ਮਤਲਬ ਹੀ ਹੈ ਹੀਟਿੰਗ, ਹੀਟ ਪਾਵਰ ਪਲਾਂਟ ਕਹਿ ਸਕਦੇ ਹਾਂ ਇੱਕ ਤਰ੍ਹਾਂ ਨਾਲ। ਥਰਮਲ ਇੱਕ ਫੈਂਸੀ ਵਰਡ ਯੂਜ਼ ਕਰਦੇ ਹਾਂ, ਅਸੀਂ ਇੱਥੇ ਹੀਟ એનર્ਜੀ ਕਨਵਰਟ ਕਰ ਰਹੇ ਹਾਂ ਇਲੈਕਟ੍ਰਿਕ એનર્ਜੀ। ਹੀਟ એનર્ਜੀ ਕਿੱਥੋਂ ਲਿਆ ਰਹੇ ਹਾਂ, ਫੋਸਿਲ ਫਿਊਲ ਤੋਂ ਲਿਆ ਰਹੇ ਹਾਂ। ਅੱਗੇ ਚੱਲਦੇ ਹਾਂ। ਹੁਣ ਅੱਗੇ ਆ ਗਿਆ ਹਾਈਡਰੋ ਪਾਵਰ ਪਲਾਂਟ। ਹਾਈਡਰੋ ਦਾ ਮਤਲਬ ਹੁੰਦਾ ਵਾਟਰ, ਯਾਨੀ ਕਿ ਸਾਡੇ ਜਿਹੜੇ ਡੈਮ ਹੈਗੇ ਆ, ਭਾਖੜਾ ਨੰਗਲ ਡੈਮ ਸਾਡੇ ਪੰਜਾਬ 'ਚ ਹੈਗਾ, ਦੇਖੋ ਕਿੰਨਾ ਫੇਮਸ ਹੈ। ਉਹ ਵੀ ਸਾਨੂੰ ਬਿਜਲੀ ਪ੍ਰਦਾਨ ਕਰਦਾ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਉਹਨੂੰ ਡੈਮ ਨੂੰ ਸਟੋਰ ਕਰ ਲੈਂਦੇ ਹਾਂ, ਡੈਮ 'ਚ ਪਾਣੀ ਸਟੋਰ ਕਰ ਲੈਂਦੇ ਹਾਂ। ਇਹ ਮੰਨ ਲਓ ਡੈਮ ਹੈ ਤੇ ਇੱਥੇ ਪਾਣੀ ਅਸੀਂ ਸਟੋਰ ਕਰ ਲੈਣਾ ਹੈ। ਫਿਰ ਇਹ ਪਾਣੀ ਨੂੰ ਉੱਪਰੋਂ ਛੱਡਣਾ ਹੈ ਤੇ ਥੱਲੇ ਅਸੀਂ ਟਰਬਾਈਨ ਰੱਖੀ ਹੋਣੀ ਹੈ ਇੱਦਾਂ। ਜੇ ਪਾਣੀ ਬਹੁਤ ਪੋਟੈਂਸ਼ੀਅਲ, ਇੱਥੇ ਬੜੀ ਹਾਈ એનર્ਜੀ ਹੋਣੀ ਹੈ, ਪੋਟੈਂਸ਼ੀਅਲ ਬੜੀ ਹਾਈਟ ਤੋਂ ਪਾਣੀ ਗਿਰਨਾ ਹੈ ਤਾਂ ਬੜੀ ਸਪੀਡ ਨਾਲ ਗਿਰਨਾ ਹੈ, ਬੜੀ એનર્ਜੀ ਇੰਨੇ ਨੂੰ ਦੇਣੀ ਹੈ ਤੇ ਇੰਨੇ ਰੋਟੇਟ ਹੋਣਾ ਸ਼ੁਰੂ ਹੋ ਜਾਣਾ ਹੈ, ਇੱਦਾਂ ਘੁੰਮਣਾ ਸ਼ੁਰੂ ਹੋ ਜਾਣਾ ਹੈ। ਇਹ ਘੁੰਮਣਾ ਜਿਹੜਾ ਰੋਟੇਸ਼ਨ ਹੈ ਅਸੀਂ ਯੂਜ਼ ਕਰ ਸਕਦੇ ਹਾਂ ਕਿਹਨੂੰ ਘੁਮਾਉਣ ਵਾਸਤੇ, ਡਾਇਨਾਮੋ 'ਚ ਕੰਡਕਟਰ ਜਾਂ ਜਨਰੇਟਰ ਚਲਾਉਣ ਵਾਸਤੇ, ਅਸੀਂ ਇਲੈਕਟ੍ਰਿਕ ਜਨਰੇਟਰ ਵਾਸਤੇ ਯੂਜ਼ ਕਰ ਸਕਦੇ ਹਾਂ ਇਹ ਰੋਟੇਟਰੀ ਮੋਸ਼ਨ। ਤਾਂ ਅਸੀਂ ਇੱਦਾਂ ਹਾਈਡਰੋ ਪਾਵਰ ਪਲਾਂਟ ਯੂਜ਼ ਕਰਦੇ ਹਾਂ, ਯਾਨੀ ਕਿ ਪਾਣੀ ਨੂੰ ਯੂਜ਼ ਕਰਕੇ, ਡੈਮ ਬਿਲਡ ਕਰਕੇ। ਇਹ ਇੱਕ ਰੀਨਿਊਏਬਲ ਸੋਰਸ ਆਫ એનર્ਜੀ ਹੈ। ਜਿਹੜਾ ਪਿਛਲਾ ਸੋਰਸ ਸੀ ਸਾਰਾ ਥਰਮਲ ਪਾਵਰ એનર્ਜੀ, ਜਿੱਥੇ ਅਸੀਂ ਕੋਲ ਯੂਜ਼ ਕਰ ਰਹੇ ਹਾਂ, ਉਹ ਫੋਸਿਲ ਫਿਊਲ ਹੈ, ਉਹ ਰੀਨਿਊ ਨਹੀਂ ਹੋ ਸਕਦਾ। ਬਟ ਇਹ ਰੀਨਿਊਏਬਲ ਹੋ ਸਕਦਾ ਹੈ। ਜੇ ਪਾਣੀ ਇੱਕ ਵਾਰੀ ਸੁੱਟਤਾ ਤਾਂ ਖਤਮ ਨਹੀਂ ਹੋ ਗਿਆ, ਦੁਬਾਰਾ ਪਾਣੀ ਸਟੋਰ ਕਰ ਸਕਦੇ ਹਾਂ। ਪਰ ਹੁਣ ਕਈ ਪ੍ਰੋਬਲਮਸ ਵੀ ਹਨ ਜਿਹੜੀਆਂ ਡੈਮਸ ਦੇ ਨਾਲ ਹਨ ਜੁੜੀਆਂ। ਯਾਨੀ ਕਿ ਫੋਰ ਐਗਜ਼ਾਮਪਲ ਤੁਸੀਂ ਡੈਮ ਬਿਲਡ ਕਰਦੇ ਹੋ ਤਾਂ ਕਾਫੀ ਲੋਕ ਉਹਦਾ ਵਿਰੋਧ ਕਰਦੇ ਹਨ ਕਿ ਤੁਸੀਂ ਡੈਮ ਬਿਲਡ ਨਾ ਕਰੋ। ਕਿਉਂ? ਕਿਉਂਕਿ ਜਦੋਂ ਇਹ ਪਾਣੀ ਭਰਨਾ ਹੈ ਤਾਂ ਇਹ ਕਾਫੀ ਜਗ੍ਹਾ ਪਿੱਛੇ ਲੈ ਲੈਂਦਾ ਹੈ ਪਾਣੀ ਸਟੋਰ ਕਰਨ ਵਾਸਤੇ। ਇਹ ਫਿਰ ਕਈ ਵਾਰੀ ਕੀ ਹੁੰਦਾ, ਇੱਥੇ ਜਿਹੜੇ ਪਲਾਂਟ ਸੀਗੇ ਹੈ ਨਾ, ਰੁੱਖ ਸੀਗੇ, ਉਹ ਸਾਰੇ ਡੁੱਬ ਜਾਂਦੇ ਨੇ। ਉਹਨਾਂ ਕਾਰਨ ਉਹਨਾਂ ਦਾ ਸੜਨਾ ਸ਼ੁਰੂ ਹੋ ਜਾਂਦਾ ਹੈ ਤੇ ਮੀਥੇਨ ਗੈਸ ਪ੍ਰੋਡਿਊਸ ਹੁੰਦੀ ਹੈ, ਜਿਹੜੀ ਠੀਕ ਨਹੀਂ ਹੈ ਐਨਵਾਇਰਨਮੈਂਟ ਵਾਸਤੇ, ਕਿਉਂਕਿ ਇਹ ਇੱਕ ਗ੍ਰੀਨ ਹਾਊਸ ਇਫੈਕਟ ਕ੍ਰੀਏਟ ਕਰਦੀ ਹੈ। ਦੂਜੀ ਗੱਲ, ਕਈ ਵਾਰੀ ਲੋਕਾਂ ਦੇ ਘਰ ਵੀ ਡੁੱਬ ਜਾਂਦੇ ਹਨ। ਇੱਥੇ ਇੱਕ ਮੰਨ ਲਓ ਇੱਕ ਪਿੰਡ ਸੀਗਾ, ਹੁਣ ਇੱਥੇ ਡੈਮ ਬਣਨ ਲੱਗਾ ਤਾਂ ਪਾਣੀ ਇੱਥੇ ਤੱਕ ਆ ਗਿਆ, ਹੁਣ ਇਹਨਾਂ ਨੂੰ ਪਿੰਡ ਛੱਡਣਾ ਪੈਣਾ, ਇਹਨਾਂ ਲੋਕਾਂ ਨੂੰ ਡਿਸਪਲੇਸ ਕੀਤਾ ਜਾਂਦਾ ਹੈ, ਕਿਸੇ ਹੋਰ ਜਗ੍ਹਾ ਭੇਜਿਆ ਜਾਂਦਾ ਹੈ। ਤਾਂ ਹੀ ਕਰਕੇ ਡੈਮ ਬਣਾਉਣ ਦਾ ਕਾਫੀ ਵਿਰੋਧ ਸਾਡੀ ਸੁਸਾਇਟੀ 'ਚ ਹੁੰਦਾ ਹੈ। ਅੱਗੇ ਦੇਖਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਕੁਝ ਟੈਕਨੋਲੋਜੀ ਜਿਹੜੀ ਇੰਪਰੂਵ ਕੀਤੀ ਹੈ, ਜਿਹਦੇ ਵਾਸਤੇ ਅਸੀਂ ਕਨਵੈਨਸ਼ਨਲ ਸੋਰਸਿਸ એનર્ਜੀ ਨੂੰ ਬੈਟਰ ਯੂਜ਼ ਕਰ ਸਕੀਏ। ਸਭ ਤੋਂ ਪਹਿਲੇ ਤਾਂ ਤੁਸੀਂ ਪੁਰਾਣੇ ਜ਼ਮਾਨੇ 'ਚ ਜਾਂ ਪਿੰਡਾਂ 'ਚ ਹਾਲੇ ਵੀ ਕਾਊ ਡੰਗ ਯੂਜ਼ ਹੁੰਦਾ ਹੋਇਆ ਦੇਖਿਆ ਹੋਏਗਾ। ਉਪਲੇ ਜਿਹਨੂੰ ਕਹਿੰਦੇ ਆ, ਦੀਵਾਰਾਂ 'ਤੇ ਇੱਦਾਂ ਅਸੀਂ ਜਿਹੜੇ ਘਰ ਦੀਆਂ ਲੇਡੀਜ਼ ਹੁੰਦੀਆਂ ਖਾਸ ਕਰ, ਉਹ ਕਾਊ ਡੰਗ ਨੂੰ ਲਾ ਦਿੰਦੀਆਂ, ਫਿਰ ਇਹਨੂੰ ਚੁੱਲ੍ਹੇ 'ਚ ਜਲਾਇਆ ਜਾਂਦਾ ਹੈ ਐਜ਼ ਅ ਫਿਊਲ। ਬਟ ਇਹਦੀ ਇੱਕ ਖਾਸ ਇੱਕ ਬੇਕਾਰ ਗੱਲ ਹੈ, ਇਹਨੇ ਸਮੋਕ ਬਹੁਤ ਪ੍ਰੋਡਿਊਸ ਕਰਨੀ ਹੈ ਜਿਹੜੀ ਸਿਹਤ ਵਾਸਤੇ ਠੀਕ ਨਹੀਂ ਹੁੰਦੀ। ਤਾਂ ਇਹਨੂੰ ਹੀ ਇੰਪਰੂਵ ਕੀਤਾ ਇਸ ਟੈਕਨੋਲੋਜੀ ਨੂੰ, ਤੇ ਅਸੀਂ ਯੂਜ਼ ਕਰਦੇ ਹਾਂ ਬਾਇਓਮਾਸ ਜਾਂ ਬਾਇਓਗੈਸ ਯੂਜ਼ ਕਰਦੇ ਹਾਂ।
ਕੀ ਕਰਦੇ ਹਾਂ, ਜਿਹੜਾ ਵੀ ਕਾਓ ਦਾ ਡੰਗ ਹੈ, ਗੋਬਰ ਹੈ, ਜਾਂ ਫਿਰ ਜਿਹੜੇ ਖੇਤੀਬਾੜੀ 'ਚ ਕੁਝ ਬਚ ਗਈ ਹੈ ਚੀਜ਼, ਵੈਜੀਟੇਬਲ ਦਾ ਜਿਹੜਾ ਵੇਸਟ ਹੈ, ਜਿਹੜਾ ਤੁਸੀਂ ਹੁਣ ਡਸਟਬਿਨ 'ਚ ਸੁੱਟ ਦਿੰਦੇ ਹੋ ਸ਼ਹਿਰ ਵਾਲੇ, ਬਟ ਇਹ ਡਸਟਬਿਨ ਦਾ ਵੇਸਟ ਜਿਹੜਾ ਵੈਜੀਟੇਬਲ ਵੇਸਟ ਹੈ, ਇਹ ਜਾਂ ਫਿਰ ਸੀਵੇਜ ਹੈ, ਜਿਹੜੀ ਤੁਹਾਡੇ ਬਾਥਰੂਮ ਦਾ ਜਿਹੜਾ ਵੀ ਆਊਟਲੈਟ ਹੈ, ਉਹ ਇੱਕ ਟੈਂਕ 'ਚ ਇਕੱਠਾ ਕਰ ਲਿੱਤਾ ਜਾਂਦਾ ਹੈ। ਉੱਥੇ ਆਕਸੀਜਨ ਦੀ ਘਾਟ ਹੁੰਦੀ ਹੈ, ਉਹਦੇ ਨਾਲ ਮਾਈਕਰੋ ਆਰਗੇਨਿਜ਼ਮ ਡਿਕੰਪੋਜ਼ ਕਰ ਦਿੰਦੇ ਹਨ ਇਹ ਸਾਰੇ ਵੇਸਟ ਨੂੰ, ਕਾਓ ਡੰਗ ਦੀ ਸਲਰੀ ਨੂੰ, ਵੈਜੀਟੇਬਲ ਵੇਸਟ ਨੂੰ, ਸੀਵੇਜ ਨੂੰ, ਤੇ ਉਹਦੇ ਨਾਲ ਬਾਇਓਗੈਸ ਪ੍ਰੋਡਿਊਸ ਕਰਦੇ ਹਨ। ਇਹਨੂੰ ਅਸੀਂ ਫੇਮਸਲੀ ਗੋਬਰ ਗੈਸ ਵੀ ਕਹਿੰਦੇ ਹਨ। ਹੁੰਦਾ ਕੀ ਹੈ, ਡਿਕੰਪੋਜੀਸ਼ਨ ਮਾਈਕਰੋ ਆਰਗੇਨਿਜ਼ਮ ਕਰਕੇ ਹੁੰਦੀ ਹੈ। ਇਹਨਾਂ ਨੂੰ ਆਕਸੀਜਨ ਨਹੀਂ ਚਾਹੀਦੀ ਹੁੰਦੀ ਹੈ। ਕਾਫੀ ਦਿਨ ਲੱਗ ਜਾਂਦੇ ਹੈ ਡਿਕੰਪੋਜੀਸ਼ਨ, ਇੱਕਦਮ ਹੀ ਨਹੀਂ ਬਣ ਜਾਣੀ ਕਿ ਤੁਸੀਂ ਹੁਣੇ ਪਾਇਆ ਤੇ ਹੁਣੇ ਤੁਹਾਡੀ ਗੈਸ ਤਿਆਰ ਹੋ ਗਈ। ਡਿਕੰਪੋਜੀਸ਼ਨ ਵਾਸਤੇ ਟਾਈਮ ਲੱਗਦਾ ਹੈ। ਮਾਈਕਰੋਇਜ਼ਮਸ ਉਸ ਚੀਜ਼ ਨੂੰ ਸਾੜਨ ਵਾਸਤੇ, ਡਿਕੰਪੋਜ਼ ਕਰਨ ਵਾਸਤੇ ਥੋੜਾ ਟਾਈਮ ਲੈਂਦੀ ਹੈ। ਤਾਂ ਫਿਰ ਤੁਹਾਨੂੰ ਮਿਲਦੀ ਹੈ ਮੀਥੇਨ ਗੈਸ, ਕਾਰਬਨ ਡਾਈਆਕਸਾਈਡ ਤੇ ਹਾਈਡਰੋਜਨ ਸਲਫਾਈਡ। ਪਰ ਸਾਨੂੰ ਕੀ ਚਾਹੀਦੀ ਹੈ ਇੱਥੇ? ਸਾਨੂੰ ਚਾਹੀਦੀ ਹੈ ਮੀਥੇਨ ਗੈਸ। ਇਹਨੂੰ ਹੀ ਅਸੀਂ ਕਹਾਂਗੇ ਗੋਬਰ ਗੈਸ ਜਾਂ ਬਾਇਓਗੈਸ। ਜੇ ਅਸੀਂ ਟੋਟਲ ਕੱਢੀਏ 100%, ਤਾਂ ਉਹਦਾ 75% ਸਾਨੂੰ ਮੀਥੇਨ ਗੈਸ ਮਿਲ ਜਾਂਦੀ ਹੈ ਤੇ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਹੁਣ ਇਹਦਾ ਜਿਹੜਾ ਡਾਇਗਰਾਮ ਹੈ, ਜੇ ਤੁਸੀਂ ਦੇਖਣਾ ਹੈ, ਇੱਦਾਂ ਟੈਂਕ ਜਿਹਾ ਅਸੀਂ ਜ਼ਮੀਨ 'ਚ ਬਣਾ ਦਿੰਦੇ ਹਾਂ। ਇੱਥੇ ਸਾਡਾ ਹੁੰਦਾ ਹੈ ਫੀਡਰ, ਯਾਨੀ ਕਿ ਜਿੱਥੋਂ ਸਾਡਾ ਸਾਰਾ ਜਿਹੜਾ ਵੇਸਟੇਜ ਹੈ ਉਹ ਆਣੀ ਹੈ ਤੇ ਇੱਥੇ ਇਕੱਠਾ ਹੋ ਜਾਣਾ ਹੈ। ਹੁਣ ਜਿੱਦਾਂ ਹੀ ਇਹ ਡਿਕੰਪੋਜੀਸ਼ਨ ਸ਼ੁਰੂ ਹੋਏਗੀ, ਇਹਦੇ ਉੱਪਰ ਇਹ ਗੈਸ ਟੈਂਕ, ਗੈਸ ਜਿਹੜੀ ਹੈ ਇਵੈਪੋਰੇਟ ਹੋ ਕੇ ਉੱਪਰ ਆਣੇ ਲੱਗ ਪਏਗੀ ਇੱਥੇ, ਤੇ ਇੱਥੇ ਫਿਰ ਆਊਟਲੈਟ ਹੁੰਦਾ ਹੈ ਜਿੱਥੇ ਸਾਨੂੰ ਘਰਾਂ ਨੂੰ ਇਹ ਗੈਸ ਦਾ ਆਊਟਲੈਟ ਜਿਹੜਾ ਹੈ ਕਨੈਕਟਡ ਹੁੰਦਾ ਹੈ। ਤਾਂ ਮੇਜਰਲੀ ਇਹੀ ਹੈ, ਸਲਰੀ ਅੰਦਰ ਪਾਈ, ਇੱਥੇ ਡਿਕੰਪੋਜੀਸ਼ਨ ਹੋਣੀ ਹੈ, ਮਾਈਕਰੋ ਆਰਗੇਨਿਜ਼ਮਸ ਨੇ ਕਰਨੀ ਹੈ, ਉਹਨਾਂ ਨੂੰ ਤੋੜ ਦੇਣਾ ਹੈ। ਤੋੜਨ ਦੀ ਪ੍ਰਕਿਰਿਆ 'ਚ ਉਹ ਗੈਸਾਂ ਕੱਢਣਗੇ ਡਿਫਰੈਂਟ। ਜਿਹੜੀ ਮੇਨ ਹੋਏਗੀ ਮੀਥੇਨ, ਉਹ ਅਸੀਂ ਇੱਥੇ ਯੂਜ਼ ਕਰ ਲੈਂਦੇ ਹਾਂ ਤੇ ਆਪਣੀ ਕਿਚਨ 'ਚ ਉਹ ਚੀਜ਼ ਯੂਜ਼ ਹੋ ਜਾਂਦੀ ਹੈ। ਪਰ ਇਹਦੀ ਬੜੀ ਤਾਰੀਫ ਕੀਤੀ ਜਾਂਦੀ ਹੈ ਤੇ ਵਿਲੇਜ 'ਚ ਇੱਕ ਵਾਰੀ ਇੱਕ ਟਾਈਮ 'ਚ ਕਾਫੀ ਇਹਨੂੰ ਸਪੋਰਟ ਕੀਤਾ ਗਿਆ। ਗਵਰਨਮੈਂਟ ਵੀ ਸਬਸਿਡੀ ਦਿੰਦੀ ਸੀ ਕਿ ਤੁਸੀਂ ਬਾਇਓਗੈਸ ਲਾਓ। ਹੁਣ ਅਸੀਂ ਦੇਖਦੇ ਹਾਂ ਕਿਉਂ, ਕਿਉਂਕਿ ਇਹ ਕੋਈ ਵੀ ਸਮੋਕ ਨਹੀਂ ਛੱਡਦੀ, ਕੋਈ ਧੂੰਆਂ ਨਹੀਂ ਛੱਡਦੀ, ਤਾਂ ਬੈਸਟ ਚੀਜ਼ ਹੈ, ਪੋਲਿਊਸ਼ਨ ਨਹੀਂ ਹੋਏਗਾ। ਫਿਰ ਦੂਜਾ, ਇਹ ਰਾਖ ਨਹੀਂ ਛੱਡਦੀ। ਤੁਸੀਂ ਲੱਕੜੀ ਜਲਾਓ ਤਾਂ ਕੁਝ ਰਾਖ ਬਣ ਜਾਂਦੀ ਹੈ, ਇਹਨੇ ਕੋਈ ਰਾਖ ਨਹੀਂ ਛੱਡਣੀ, ਤਾਂ ਵੈਰੀ ਗੁੱਡ ਫਿਊਲ। ਦੂਜੀ ਗੱਲ, ਇਹ ਲਾਈਟਿੰਗ ਵਾਸਤੇ ਵੀ ਯੂਜ਼ ਕਰ ਸਕਦੇ ਹੋ, ਯਾਨੀ ਕਿ ਪ੍ਰਕਾਸ਼ ਕਰਨ ਵਾਸਤੇ ਵੀ ਯੂਜ਼ ਕਰ ਸਕਦੇ ਹੋ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਕਿਸਾਨਾਂ ਨੂੰ ਬੜੀ ਯੂਜ਼ ਹੋਏਗੀ, ਇਹਨੂੰ ਐਜ਼ ਅ ਖਾਦ, ਜਿਹਨੂੰ ਇੰਗਲਿਸ਼ 'ਚ ਕਹਿੰਦੇ ਮੈਨਿਓਰ, ਵਾਸਤੇ ਵੀ ਯੂਜ਼ ਕਰ ਸਕਦੇ ਹੋ। ਜਿਹੜੀ ਵੀ ਬਚ ਗਈ ਹੈ ਸਲਰੀ, ਜਿਹੜੀ ਯੂਜ਼ ਹੋ ਚੁੱਕੀ ਹੈ, ਜਿਹਦੀ ਡਿਕੰਪੋਜੀਸ਼ਨ ਹੋ ਚੁੱਕੀ ਹੈ, ਉਹਨੂੰ ਫੜ ਕੇ ਫਿਰ ਅਸੀਂ ਨਾਈਟ੍ਰੋਜਨ ਤੇ ਫਾਸਫੋਰਸ ਦੇ ਉਹ ਬੜੇ ਰਿਚ ਹੁੰਦੇ ਹਨ ਕੰਟੈਂਟ, ਤਾਂ ਕਰਕੇ ਅਸੀਂ ਖੇਤਾਂ 'ਚ ਪਾ ਦਿੰਦੇ ਹਾਂ, ਉਹ ਖਾਦ ਦੀ ਤਰ੍ਹਾਂ ਉਹਨੂੰ ਯੂਜ਼ ਕਰ ਲੈਂਦੇ ਹਾਂ। ਇਹ ਵੀ ਸਾਡਾ ਰੀਨਿਊਏਬਲ ਸੋਰਸ ਆਫ એનર્ਜੀ ਹੈ, ਕਿਉਂਕਿ ਬੰਦ ਤਾਂ ਨਹੀਂ ਹੋ ਜਾਏਗਾ, ਕਾਓ ਡੰਗ ਖਤਮ ਤਾਂ ਨਹੀਂ ਹੋ ਜਾਏਗਾ, ਉਹ ਦੁਬਾਰਾ ਅਸੀਂ ਯੂਜ਼ ਕਰ ਸਕਦੇ ਹਾਂ। ਹੁਣ ਅਸੀਂ ਦੇਖਾਂਗੇ ਵਿੰਡ એનર્ਜੀ ਦੀ ਗੱਲ ਕਰਾਂਗੇ। ਵਿੰਡ એનર્ਜੀ ਤੁਸੀਂ ਦੇਖਿਆ ਹੋਏਗਾ, ਸਾਡੇ ਇੱਥੇ ਨਾਰਥ ਇੰਡੀਆ 'ਚ ਤਾਂ ਨਹੀਂ ਹੈ, ਬਟ ਸਾਊਥ 'ਚ ਕਾਫੀ ਜਗ੍ਹਾ ਐਸੀ ਹੈ ਜਿੱਥੇ ਇੱਥੇ ਇੱਦਾਂ ਵਿੰਡ ਮਿਲ ਲਗਾ ਦਿੱਤੀ ਜਾਂਦੀ ਹੈ। ਇਹ ਉਸੇ ਪਲੇਸ ਤੇ ਲੱਗੇਗੀ ਜਿੱਥੇ ਵਿੰਡ ਕਾਫੀ ਤੇਜ਼ ਚਲਦੀ ਹੋਏ, ਲਗਭਗ 15 ਕਿਲੋਮੀਟਰ ਪਰ ਆਰ ਦੀ ਸਪੀਡ ਤਾਂ ਉਹਦੀ ਹੋਏ, ਉੱਥੇ ਹੀ ਲੱਗ ਸਕਦੀ ਹੈ। ਹੋਣਾ ਕੀ ਹੈ, ਵਿੰਡ ਨੂੰ ਯੂਜ਼ ਕਰ ਰਹੇ ਹਾਂ ਇਹਨੂੰ ਰੋਟੇਟ ਕਰਾਉਣ ਵਾਸਤੇ। ਰੋਟੇਟਰੀ ਮੋਸ਼ਨ ਮਿਲਿਆ, ਇਹਨੂੰ ਅਸੀਂ ਕਨੈਕਟ ਕਰ ਦਾਂਗੇ ਜਨਰੇਟਰ ਤੋਂ। ਜਨਰੇਟਰ 'ਚ ਰੋਟੇਸ਼ਨ ਕੰਡਕਟਰ ਹੋਣਾ ਸ਼ੁਰੂ ਹੋ ਜਾਏਗਾ, ਉੱਥੇ ਸਾਨੂੰ ਇਲੈਕਟ੍ਰਿਸਿਟੀ ਮਿਲਦੀ ਜਾਏਗੀ। ਇੱਕ ਬਾਤ ਯਾਦ ਰੱਖਣੀ, ਇਹਦੀ ਵਿੰਡ ਮਿਲ ਦੀ ਜਿਹੜੀ ਆਊਟਪੁੱਟ ਹੈ, ਹੁਣ ਜੇ ਕੱਲੀ ਕੱਲੀ ਵਿੰਡ ਮਿਲ ਲਾਤੀ, ਇਹਦੀ ਬੜੀ ਘੱਟ ਹੁੰਦੀ ਹੈ। ਤਾਂ ਬਹੁਤ ਜ਼ਿਆਦਾ, ਜਿੱਥੇ ਵੀ ਤੁਸੀਂ ਵਿੰਡ ਮਿਲ ਦੇਖੋਗੇ ਤਾਂ ਉਹ ਕੱਲੀ ਨਹੀਂ ਹੋਏਗੀ, ਪੂਰਾ ਇੱਕਦਮ ਬਹੁਤ ਵੱਡਾ ਏਰੀਆ ਹੁੰਦਾ ਹੈ ਜਿੱਥੇ ਸਾਰੀ ਡਿਫਰੈਂਟ ਮਤਲਬ ਸੈਂਕੜੇ ਦੇ ਹਿਸਾਬ ਨਾਲ ਅਸੀਂ ਵਿੰਡ ਮਿਲ ਲਾਈ ਹੁੰਦੀ ਹੈ, ਕਿਉਂਕਿ ਸਾਨੂੰ ਪਤਾ ਇੱਕ ਨੇ ਕੁਝ ਵੀ ਸਾਨੂੰ ਮੇਜਰ ਆਊਟਪੁੱਟ ਨਹੀਂ ਦੇਣੀ। ਸਭ ਤੋਂ ਜ਼ਿਆਦਾ ਡੈਨਮਾਰਕ 'ਚ ਯੂਜ਼ ਹੁੰਦੀ ਹੈ, ਜਿਹਦੀ 25% ਟੋਟਲ ਜਿਹੜੀ ਉਹਨਾਂ ਦੀ ਨੀਡ ਹੈ, ਰਿਕੁਆਇਰਮੈਂਟ ਹੈ, ਉਹਨਾਂ 'ਚੋਂ 25% ਜਿਹੜੀ ਹੈ ਉਹ ਆਪਣੀ ਵਿੰਡ એનર્ਜੀ ਨਾਲ ਹੀ ਯੂਜ਼ ਕਰਦੇ ਹਨ। ਬਟ ਇਸ ਕੰਟਰੀ 'ਚ ਹਵਾ ਕਾਫੀ ਹੈ, ਯਾਨੀ ਕਿ ਵਿੰਡ એનર્ਜੀ ਕਾਫੀ ਹੈ, ਤਾਂ ਕਰਕੇ ਯੂਜ਼ ਕਰ ਪਾਉਂਦੇ ਹਾਂ। ਸਾਡੇ ਇੱਥੇ ਇੰਨਾ ਹਰ ਜਗ੍ਹਾ ਪੋਸੀਬਲ ਨਹੀਂ ਹੈ। ਇੰਡੀਆ 'ਚ ਦੇਖਿਆ ਜਾਏ ਤਾਂ ਕੰਨਿਆ ਕੁਮਾਰੀ 'ਚ ਸਾਡਾ ਹਵਾ એનર્ਜੀ ਜ਼ਿਆਦਾ ਰਹਿੰਦੀ ਹੈ, ਤਾਂ ਉੱਥੇ ਸਭ ਤੋਂ ਵੱਡਾ ਜਿਹੜਾ ਸਾਡਾ ਵਿੰਡ એનર્ਜੀ ਫਾਰਮ ਹੈ, ਉੱਥੇ ਲੱਗਿਆ ਹੋਇਆ ਹੈ। ਇਹ ਇੱਕ ਰੀਨਿਊਏਬਲ ਸੋਰਸ ਹੈ, ਇੱਦਾਂ ਤਾਂ ਨਹੀਂ ਹਵਾ ਖਤਮ ਹੋ ਜਾਣੀ ਹੈ ਨਾ, ਲਿਮਿਟਿਡ ਨਹੀਂ ਹੈ, ਤਾਂ ਇਹਨੂੰ ਰੀਨਿਊਏਬਲ ਸੋਰਸ ਕਹਾਂਗੇ। ਬਟ ਦੀ ਪ੍ਰੋਬਲਮ ਕੀ ਹੈ, ਹਰ ਜਗ੍ਹਾ ਨਹੀਂ ਯੂਜ਼ ਕੀਤੀ ਜਾ ਸਕਦੀ। ਹੁਣ ਤੁਸੀਂ ਕਹੋ ਅੰਮ੍ਰਿਤਸਰ ਯੂਜ਼ ਕਰੋ, ਨਹੀਂ, એનર્ਜੀ ਇੱਥੇ ਲੱਗ ਨਹੀਂ ਸਕਦੀ, ਹਵਾ ਨਹੀਂ ਇੰਨੀ ਤੇਜ਼ ਹੈ। ਦੂਜੀ ਗੱਲ, ਲੈਂਡ ਬਹੁਤ ਜ਼ਿਆਦਾ ਚਾਹੀਦੀ। ਹੁਣ ਸ਼ਹਿਰਾਂ 'ਚ ਇਹਨੂੰ ਜਗ੍ਹਾ ਬਣਾਉਣੀ ਹੋਏ, ਇਹਦੇ ਵਾਸਤੇ ਜਗ੍ਹਾ ਕੌਣ ਦੇਗਾ ਇੰਨੀ, ਹੈ ਨਾ, ਲਾਰਜ ਲੈਂਡ ਚਾਹੀਦੀ ਹੈ। ਤੀਜੀ ਚੀਜ਼, ਸਟੋਰੇਜ ਸੈੱਲ, ਕਿਉਂਕਿ ਇਹ ਹਮੇਸ਼ਾ ਕੰਟੀਨਿਊਸਲੀ ਇਲੈਕਟ੍ਰਿਸਿਟੀ ਨਹੀਂ ਦਿੰਦੇ। ਕਈ ਵਾਰੀ ਹਵਾ ਆਏਗੀ ਦਿਨ 'ਚ, ਕਈ ਵਾਰੀ ਨਹੀਂ ਆਏਗੀ, ਤਾਂ ਇਹਦੀ એનર્ਜੀ ਸਟੋਰ ਕਰਨ ਵਾਸਤੇ ਸਾਨੂੰ ਸੈੱਲ ਦੀ ਜ਼ਰੂਰਤ ਪੜਦੀ ਹੈ, ਯਾਨੀ ਕਿ ਬੈਟਰੀਜ਼ ਦੀ ਜ਼ਰੂਰਤ ਪੜਦੀ ਹੈ। ਇਹਦੇ ਕਾਰਨ ਸਾਨੂੰ
ਇਹਦੀ ਮੇਨਟੇਨੈਂਸ ਕਾफ़ੀ ਕਰਨੀ ਪੈਂਦੀ ਹੈ। ਦੂਜੀ ਚੀਜ਼ ਜਿਹੜੀ ਇਹਦੀ ਇਨੀਸ਼ੀਅਲ ਕਾਸਟ ਹੋਏਗੀ ਬੜੀ ਹਾਈ ਹੋਏਗੀ, ਯਾਨੀ ਕਿ ਇਹਨੂੰ ਬਣਾਉਣ ਵਾਸਤੇ ਇਹ ਤੁਸੀਂ ਦੇਖੋ ਬਹੁਤ ਵੱਡੀਆਂ ਵੱਡੀਆਂ ਸਾਈਜ਼ ਦੇ ਹੁੰਦੇ ਨੇ। ਇੱਕ ਟਰੱਕ 'ਚ ਆਉਂਦਾ ਹੈ, ਇੱਕ ਇਹ ਛੋਟੀ ਜਿਹੀ ਵਿੰਗ ਜਿਹੜਾ ਆਉਂਦਾ ਹੈ, ਸਭ ਤੋਂ ਵੱਡਾ ਟਰੱਕ ਇਮੇਜਿਨ ਕਰ ਲਓ ਦਿਮਾਗ 'ਚ, ਉਹਦੇ 'ਚ ਇੱਕ ਵਿੰਗ ਇਹਦਾ ਆਉਂਦਾ ਹੈ, ਇੰਨਾ ਵੱਡਾ ਹੁੰਦਾ ਹੈ। ਤਾਂ ਜਿਹੜੀ ਸਟਾਰਟਿੰਗ ਦੀ ਕਾਸਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਯੈਸ, ਬਾਅਦ 'ਚ ਪ੍ਰੋਫਿਟ ਮਿਲਦੇ ਆ, ਬਾਅਦ 'ਚ ਸਾਨੂੰ ਆਸਾਨੀ ਹੁੰਦੀ ਹੈ, એનર્ਜੀ ਕੰਟੀਨਿਊਸਲੀ ਲੋ ਮੇਨਟੇਨੈਂਸ ਨਾਲ ਸਾਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ, ਬਟ ਸਟਾਰਟਿੰਗ ਕਾਸਟ ਜਾਂ ਇਨੀਸ਼ੀਅਲ ਕਾਸਟ ਸਾਡੀ ਬਹੁਤ ਜ਼ਿਆਦਾ ਹੈ। ਹੁਣ ਅਸੀਂ ਚੱਲਦੇ ਹਾਂ ਕਨਵੈਨਸ਼ਨ ਸੋਰਸ ਤੋਂ ਦੂਰ, ਨਾਨ ਕਨਵੈਨਸ਼ਨ ਸੋਰਸ, ਜਿਹੜੇ ਨਵੇਂ ਮੈਥਡਸ ਹੈਗੇ ਆ, ਇਹਦੇ 'ਚ ਆ ਜਾਣਾ ਹੈ ਸਾਡਾ नॉन कन्वेंशनल सोर्स सोलर एनर्जी। फिर सी ते काफ़ी एनर्जी यूज़ करते हैं, टाइडल एनर्जी, वेव एनर्जी, ओशन थर्मल एनर्जी। फिर डिस्कस करांगे जियो थर्मल एनर्जी एंड दैन लास्ट करांगे असी न्यूक्लियर एनर्जी की डिस्कशन। चलो एक एक करके करते हाँ। ਹੁਣ ਪਹਿਲੇ ਸੋਲਰ એનર્ਜੀ ਦੀ ਗੱਲ ਕਰ ਲੈਂਦੇ ਹਾਂ। ਸੋਲਰ ਕੁੱਕਰ ਤੁਸੀਂ ਸੁਣਿਆ ਹੋਣਾ, ਸੋਲਰ ਕੁੱਕਰ ਜਿੱਥੇ ਖਾਣਾ ਵੀ ਬਣਾਇਆ ਜਾ ਸਕਦਾ ਹੈ, ਬਟ ਇਹਦੇ ਚੈਲੰਜ ਬਹੁਤ ਹਨ ਕਿਉਂਕਿ ਸੂਰਜ ਹਮੇਸ਼ਾ ਤੁਹਾਨੂੰ ਮਿਲੇਗਾ ਨਹੀਂ। ਕਿਸੇ ਦਿਨ ਬਾਰਿਸ਼ ਹੋ ਗਈ ਤਾਂ ਤੁਹਾਨੂੰ ਚੰਗੀ ਤਰ੍ਹਾਂ ਹੀਟਿੰਗ ਹੋਏਗੀ ਨਹੀਂ, ਤਾਂ ਫਿਰ ਕਿੱਦਾਂ ਬਣਾਓਗੇ ਖਾਣਾ। ਦੂਜੀ ਚੀਜ਼ ਇਹਦੀ ਹੋਰ ਪ੍ਰੋਬਲਮ ਹੁੰਦੀ ਹੈ ਕਿ ਕੰਟੀਨਿਊਸਲੀ ਹੀਟ ਨਹੀਂ ਮਿਲਦੀ, ਜਿੰਨੀ ਹੀਟ ਚਾਹੀਦੀ ਹੈ ਉਸ ਟਾਈਮ ਨਹੀਂ ਆਈ ਤਾਂ ਚੰਗੀ ਤਰ੍ਹਾਂ ਖਾਣਾ ਨਹੀਂ ਪੱਕਦਾ। ਤੇ ਇਹਦੇ ਡਿਫਰੈਂਟ ਚੈਲੰਜਸ ਹਨ, ਤਾਂ ਹੀ ਕਰਕੇ ਜ਼ਿਆਦਾ ਪਪੂਲਰ ਨਹੀਂ ਹੋਇਆ। ਪਰ ਅਸੀਂ ਦੂਜਾ ਮੈਥਡ ਜਿਹੜਾ ਕਰੀਏ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨ ਦਾ, ਉਹ ਕਰਦੇ ਹਾਂ ਸੋਲਰ ਸੈੱਲ। ਤੁਸੀਂ ਦੇਖੇ ਹੋਣੇ ਛੱਤਾਂ ਤੇ ਜਾਂ ਡਿਫਰੈਂਟ ਰਾਜਸਥਾਨ ਤੇ ਵੀ ਜਗ੍ਹਾ ਹੈ ਜਿੱਥੇ ਬਹੁਤ ਜ਼ਿਆਦਾ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਪੈਨਲਸ ਲਗਾ ਦਿੱਤੇ ਜਾਂਦੇ ਨੇ, ਸੋਲਰ ਪੈਨਲਸ। ਹੈ ਕਿ ਇਹਨਾਂ 'ਚ ਸੋਲਰ ਸੈੱਲ ਹੁੰਦੇ ਹਨ। ਸੋਲਰ ਸੈੱਲ ਕੀ ਕਰਦੇ ਹਨ, ਜਿੱਦਾਂ ਹੀ ਸੂਰਜ ਦਾ ਪ੍ਰਕਾਸ਼ ਇਹਨਾਂ ਤੇ ਪਵੇਗਾ, ਸਨਲਾਈਟ ਪੈਂਦੀ ਹੈ, ਇਹ ਇਸ એનર્ਜੀ ਨੂੰ, ਸੋਲਰ એનર્ਜੀ ਨੂੰ ਕਨਵਰਟ ਕਰ ਦਿੰਦੇ ਹਨ ਇਲੈਕਟ੍ਰੀਕਲ એનર્ਜੀ 'ਚ। ਇਲੈਕਟ੍ਰੀਕਲ એનર્ਜੀ 'ਚ ਇਹਨਾਂ ਨੇ ਕਨਵਰਟ ਕਰ ਦੇਣਾ ਹੈ। ਪੱਖਾ ਚਲਾ ਸਕਦੇ ਹੋ ਇਹਦੇ ਨਾਲ। ਫਿਰ ਤੁਸੀਂ ਇਹਦੇ 'ਚ ਜਿਹੜਾ ਐਲੀਮੈਂਟ ਯੂਜ਼ ਹੁੰਦਾ ਹੈ ਖਾਸ ਕਰ ਸਿਲੀਕਨ ਹੁੰਦਾ ਹੈ। ਇੱਕ ਸੈੱਲ ਲਗਭਗ 1 ਵੋਲਟ ਦਿੰਦਾ ਹੈ ਜਾਂ 0.7 ਵਾਟ એનર્ਜੀ ਦਿੰਦਾ ਹੈ, ਤਾਂ ਹੀ ਕਰਕੇ ਕਾਫੀ ਘੱਟ ਹੈ। ਤਾਂ ਹੀ ਕਰਕੇ ਅਸੀਂ ਇਕੱਠੇ ਕਰਕੇ ਉਹਨਾਂ ਨੂੰ ਇੱਕ ਪੈਨਲ ਦੇ ਹਿਸਾਬ ਨਾਲ ਇਕੱਠੇ ਕਰਕੇ ਇੱਕ ਪੈਨਲ ਬਣਾਉਂਦੇ ਹਾਂ, ਜਿਹਦੇ 'ਚ ਬਹੁਤ ਹੀ ਸੋਲਰ ਸੈਨਲ ਇਕੱਠੇ ਕੰਬਾਈਨਡ ਹੋਣ। ਇਹਨਾਂ ਦੀ ਬਹੁਤ ਹੀ ਲੋ ਮੇਨਟੇਨੈਂਸ ਹੈ ਕਿਉਂਕਿ ਬਾਕੀ ਜਿਹੜੇ ਵੀ ਅਸੀਂ ਹਾਲੇ ਤੱਕ ਡਿਸਕਸ ਕੀਤੇ ਆ ਉਹਨਾਂ 'ਚ ਕੁਝ ਮੂਵਿੰਗ ਪਾਰਟ ਹਨ। ਵਿੰਡ ਮਿਲ ਲੈ ਲਓ, ਪਾਰਟ ਮੂਵ ਹੋਣੇ ਹਨ, ਉਹਨਾਂ ਦੀ ਮੇਨਟੇਨੈਂਸ ਹੋਏਗੀ। ਬਟ ਇਹਦੇ 'ਚ ਕੀ ਹੈ, ਸਿਰਫ ਸਾਨੂੰ ਸੂਰਜ ਚਾਹੀਦਾ ਤੇ ਪੈਨਲ ਚਾਹੀਦਾ ਤੇ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਦੇਣੀ। ਇਹ ਕਾਫੀ ਸਿੰਪਲਿਸਟਿਕ ਮੈਥਡ ਹੈ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ, ਜਿਹਦੀ ਜ਼ਿਆਦਾ ਮੇਨਟੇਨੈਂਸ ਦੀ ਲੋੜ ਸਾਨੂੰ ਨਹੀਂ ਹੈ। ਬਟ ਇਹਦੀ ਪ੍ਰੋਬਲਮਸ ਕੀ ਹਨ, ਚੈਲੰਜਸ ਕੀ ਹਨ, ਇਹ ਬਹੁਤ ਹੀ ਮਹਿੰਗੇ ਹਨ ਸੋਲਰ ਸੈੱਲ ਪ੍ਰੋਡਿਊਸ ਕਰਨ ਵਾਸਤੇ। ਤਾਂ ਹੀ ਕਰਕੇ ਤੁਸੀਂ ਹਾਲੇ ਤੱਕ ਘਰ ਨਹੀਂ ਲਾਏ। ਜੇ ਸਸਤੇ ਹੁੰਦੇ ਤਾਂ ਅਸੀਂ ਸਾਰਿਆਂ ਨੇ ਛੱਤਾਂ ਤੇ ਲਾ ਦੇਣਾ ਸੀ ਔਰ ਧੁੱਪ ਜਿਹੜੀ ਹੈ ਉਹਦਾ ਯੂਜ਼ ਕਰ ਲੈਣਾ ਸੀ, ਪਰ ਇੰਨੇ ਸਸਤੇ ਨਹੀਂ ਹੈਗੇ ਕਿ ਅਸੀਂ ਸਾਰੇ ਲਾ ਸਕੀਏ, ਇਕੋਨੋਮਿਕਲ ਨਹੀਂ ਹੈਗੇ ਹੈ। ਇਹਦੇ 'ਚ ਸਿਲਵਰ ਵੀ ਯੂਜ਼ ਹੁੰਦਾ ਹੈ। ਡਿਫਰੈਂਟ ਜਿਹੜੇ ਸੋਲਰ ਸੈੱਲ ਅਸੀਂ ਵਾਲੇ ਪੈਨਲ 'ਚ ਇਕੱਠੇ ਕਰਨੇ ਆ ਤਾਂ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਸਿਲਵਰ ਦਾ ਯੂਜ਼ ਕੀਤਾ ਜਾਂਦਾ ਹੈ ਇਹਨਾਂ ਨੂੰ ਕਨੈਕਟ ਕਰਨ ਵਾਸਤੇ ਡਿਫਰੈਂਟ ਸੈਲਸ ਨੂੰ। ਤਾਂ ਹੋਰ ਮਹਿੰਗੇ ਹੋ ਗਏ ਇਸ ਕਾਰਨ। ਬਟ ਅਸੀਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਯੂਜ਼ ਅਗਰ ਦੇਖਿਆ ਜਾਏ ਤਾਂ ਸਾਡੀ ਸੈਟੇਲਾਈਟਸ ਹਨ, ਜਿੱਥੇ ਅਸੀਂ ਫਿਊਲ ਨਹੀਂ ਪਹੁੰਚਾ ਸਕਦੇ, ਉੱਥੇ ਪੈਟਰੋਲ ਨਹੀਂ ਲੱਗਿਆ ਕੋਈ ਕਿ ਜਿਹੜੀ ਜੇ ਸੈਟੇਲਾਈਟ ਸਪੇਸ 'ਚ ਹੈਗੀ ਹੈ ਤੇ ਉਹਨੂੰ ਪੈਟਰੋਲ ਪਹੁੰਚਾਈਏ ਜਾਂ ਈਂਧਨ ਪਹੁੰਚਾਈਏ, ਉਹ ਕੀ ਯੂਜ਼ ਕਰਦੀ ਹੈ, ਸੋਲਰ એનર્ਜੀ ਯੂਜ਼ ਕਰਦੀ ਹੈ। ਸਨ ਤੋਂ ਲਾਈਟ ਲੈਂਦੀ ਹੈ, ਸੋਲਰ ਪੈਨਲ ਲੱਗੇ ਹੋਏ ਆ ਤੇ ਉਹਦੇ ਨਾਲ ਜਿਹੜਾ ਵੀ ਉਹਨਾਂ ਨੇ ਕੰਮ ਕਰਨਾ ਹੈ ਉਸ એનર્ਜੀ ਨੂੰ ਯੂਜ਼ ਕਰਕੇ ਕਰਦੀ ਹੈ। ਹੁਣ ਆ ਜਾਣਾ ਹੈ ਅਸੀਂ ਸਮੁੰਦਰ ਤੇ ਕਿੱਦਾਂ ਅਸੀਂ એનર્ਜੀ ਨੂੰ ਲੈ ਸਕਦੇ ਹਾਂ। ਤਾਂ ਸਭ ਤੋਂ ਪਹਿਲੇ ਟਾਈਡਸ ਜਾਂ ਟਾਈਡਲ એનર્ਜੀ। ਟਾਈਡਸ ਦੀ એનર્ਜੀ, ਟਾਈਡਲ એનર્ਜੀ ਹੁੰਦਾ ਕਿਆ ਹੈ, ਜਿਹੜਾ ਮੂਨ ਐਂਡ ਸਨ ਹੈ, ਸਾਰਾ ਸੂਰਜ ਤੇ ਮੂਨ, ਖਾਸ ਕਰਕੇ ਮੂਨ, ਇਹ ਗ੍ਰੈਵਿਟੇਸ਼ਨ ਨਾਲ ਪੁੱਲ ਕਰਦਾ ਹੈ ਅਰਥ ਨੂੰ। ਉਹਦੇ ਕਾਰਨ ਜਿਹੜਾ ਇੱਥੇ ਪਾਣੀ ਹੁੰਦਾ ਹੈ ਇਹ ਖਿੱਚਿਆ ਜਾਂਦਾ ਹੈ ਮੂਨ ਦੀ ਤਰਫ। ਸਪੋਜ਼ ਕਰ ਲਓ ਮੂਨ ਹੈ, ਇਹਨੇ ਆਪਣੇ ਪਾਸੇ ਨੂੰ ਇਹਨੂੰ ਗ੍ਰੈਵਿਟੇਸ਼ਨਲ ਪੁੱਲ ਕਰਨਾ ਹੈ, ਗੁਰੂਤਵਾਕਰਸ਼ਣ ਬਲ ਲਾਣਾ ਹੈ। ਹੁਣ ਪੱਥਰ ਤਾਂ ਖਿੱਚ ਨਹੀਂ ਸਕਦਾ ਪਰ ਪਾਣੀ ਨੂੰ ਖਿੱਚ ਲੈਂਦਾ ਹੈ। ਇਹਦੇ ਕਾਰਨ ਕੀ ਹੁੰਦਾ ਹੈ, ਦਿਨ 'ਚ 2 ਵਾਰੀ ਸਾਨੂੰ ਆਉਂਦੀ ਹੈ ਟਾਈਡਸ, ਜਾਂ ਪਾਣੀ ਜਿਹੜਾ ਹੈ ਹਾਈਟ ਫੜ ਲੈਂਦਾ ਹੈ, ਜਿਹਨੂੰ ਕਹਿੰਦੇ ਆ ਵਾਟਰ ਲੈਵਲ ਰਾਈਜ਼ ਹੋ ਗਿਆ ਜਾਂ ਹਾਈ ਟਾਈਡ ਆ ਗਈ। ਹੁਣ ਜੇ ਪਾਣੀ ਥੱਲੇ ਚੱਲ ਜਾਂਦਾ ਹੈ ਤਾਂ ਅਸੀਂ ਕਹਿੰਦੇ ਲੋ ਟਾਈਡ ਆ ਗਈ। ਇਹ ਸਾਡੇ ਸਮੁੰਦਰਾਂ 'ਚ ਹੁੰਦਾ ਹੈ। ਅਸੀਂ ਕੋਈ ਵੀ ਸਮੁੰਦਰ ਜਾਓ ਤੁਸੀਂ ਤੁਹਾਨੂੰ ਉਹ ਬੋਲਣਗੇ ਕਿ ਇਸ ਵਕਤ ਹਾਈ ਟਾਈਡ ਚੱਲ ਰਹੀ ਹੈ, ਤੁਸੀਂ ਨਾ ਸਮੁੰਦਰ 'ਚ ਜਾਓ ਕਿਉਂਕਿ ਖਤਰਾ ਹੋ ਸਕਦਾ ਹੈ, ਪਾਣੀ ਬਹੁਤ ਉੱਤੇ ਆ ਜਾਏਗਾ ਫਿਰ ਥੱਲੇ ਚਲੇ ਜਾਏਗਾ, ਤਾਂ ਖਤਰਨਾਕ ਹੁੰਦਾ ਹੈ। ਹੁਣ ਅਸੀਂ ਕੀ ਕਰਦੇ ਹਾਂ, ਇਹਦੇ ਵਾਸਤੇ ਸਾਨੂੰ ਕੀ ਚਾਹੀਦਾ, ਜੇ ਟਾਈਡਲ એનર્ਜੀ ਬਣਾਉਣੀ ਹੈ ਅਸੀਂ ਕੋਈ ਇਹੋ ਜਿਹਾ ਕਿਨਾਰਾ ਲੱਭਣਾ ਜਿੱਥੇ ਸਮੁੰਦਰ ਦੀ ਇੱਕ ਬਹੁਤ ਹੀ ਸੰਕਰੀ ਜੀ ਓਪਨਿੰਗ ਹੋਵੇ। ਦੇਖੋ ਸਮੁੰਦਰ ਖੁੱਲਾ ਹੁੰਦਾ ਹੈ, ਸੀ ਸ਼ੋਰ ਹੈ ਨਾ। ਹੁਣ ਅਸੀਂ ਇੱਥੇ ਡੈਮ ਬਣਾ ਨਹੀਂ ਸਕਦੇ ਕਿ ਮੰਨ ਲਓ ਇੱਥੇ ਸਮੁੰਦਰ ਹੈ, ਇਹ ਲਹਿਰਾਂ ਆ ਰਹੀਆਂ, ਇੱਥੇ ਅਸੀਂ ਡੈਮ ਨਹੀਂ ਬਣਾ ਸਕਦੇ। ਤਾਂ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਸਮੁੰਦਰ ਦੇ ਜਿਹੜੇ ਕਿਨਾਰੇ ਹਨ ਇਹੋ ਜਿਹੇ ਮਿਲ ਜਾਂਦੇ ਹਨ ਜਿੱਥੇ ਇੱਕ ਥੋੜ੍ਹਾ ਜਿਹਾ ਇੱਦਾਂ ਸੰਕਰਾ ਜਿਹਾ ਰਸਤਾ ਮਿਲਿਆ ਹੋਇਆ ਪੱਥਰਾਂ ਦਾ। ਤਾਂ ਇਹ ਨੈਚੁਰਲ, ਇੱਕ ਤਰ੍ਹਾਂ ਦੇ ਕਹਿ ਸਕਦੇ ਹੋ ਨੈਚੁਰਲ ਡੈਮ ਬਣਾਉਣ ਵਾਸਤੇ ਕਾਫੀ ਅੱਛੀ ਜਗ੍ਹਾ ਹੈ। ਤਾਂ ਇੱਥੇ ਅਸੀਂ ਟਰਬਾਈਨ ਲਾ ਲੈਂਦੇ ਹਾਂ। ਹੁਣ ਪਾਣੀ ਜਦੋਂ ਹਾਈ ਟਾਈਡ ਆਏਗਾ,
ਫੋਰ ਐਗਜ਼ਾਮਪਲ ਇੱਥੋਂ ਆ ਰਿਹਾ, ਦੇਖੋ ਇੱਥੋਂ ਤਾਂ ਬਣਾ ਨਹੀਂ ਸਕਦੇ ਅਸੀਂ, ਇੱਥੋਂ ਪਾਣੀ ਆਏਗਾ, ਹਾਈ ਟਾਈਡ ਆਏਗਾ ਤਾਂ ਇੱਥੇ ਅਸੀਂ ਟਰਬਾਈਨ ਲਾਈ ਹੋਈ ਹੈ, ਉਹਨੇ ਘੁੰਮਣਾ ਸਟਾਰਟ ਕਰ ਦੇਣਾ ਹੈ ਕਿਉਂਕਿ ਪਾਣੀ ਇੱਧਰ ਨੂੰ ਜਾ ਰਿਹਾ ਹੈ। ਫਿਰ ਲੋ ਟਾਈਡ ਆਏਗੀ ਤਾਂ ਪਾਣੀ ਵਾਪਸ ਜਾਏਗਾ, ਇਹਨੇ ਫਿਰ ਦੂਜੇ ਪਾਸੇ ਘੁੰਮਣਾ ਸ਼ੁਰੂ ਕਰ ਦੇਣਾ ਹੈ। ਸਾਨੂੰ ਤਾਂ ਰੋਟੇਸ਼ਨ ਚਾਹੀਦੀ ਹੈ, ਇਹ ਰੋਟੇਸ਼ਨ ਅਸੀਂ ਕਨੈਕਟ ਕਰਾ ਦੇਣੀ ਹੈ ਜਨਰੇਟਰ 'ਚ, ਜਿਹਦੇ ਕਾਰਨ ਇਲੈਕਟ੍ਰਿਸਿਟੀ ਪ੍ਰੋਡਿਊਸ ਅਸੀਂ ਕਰਾ ਸਕਦੇ ਹਾਂ। ਤਾਂ ਇਹ ਟਾਈਡਲ ਐਨਰਜੀ ਹੋ ਗਈ। ਸੀ ਦਾ ਹੋਰ ਵੀ ਯੂਜ਼ ਕਰ ਸਕਦੇ ਹਾਂ, ਉਹਦੀ ਦੂਜੀ ਐਨਰਜੀ ਹੁੰਦੀ ਹੈ ਵੇਵ ਦੀ। ਵੇਵ ਦੀ ਦੇਖੋ ਸਮੁੰਦਰ ਇਦਾਂ ਲਹਿਰਾਂ ਬਣਾਉਂਦਾ ਹੈ। ਹੁਣ ਅਸੀਂ ਇੱਥੇ ਇੱਕ ਡਿਵਾਈਸ ਲਾ ਦੇਣੀ ਹੈ, ਠੀਕ ਹੈ। ਹੁਣ ਇਹ ਜਿਹੜਾ ਬਾਕਸ ਜਿਹਾ ਹੈਗਾ ਇਹ ਕਨੈਕਟਡ ਹੈ ਇੱਕ ਜਨਰੇਟਰ ਨਾਲ ਫੋਰ ਐਗਜ਼ਾਮਪਲ, ਹੈ ਨਾ। ਹੁਣ ਜਦੋਂ ਇਹ ਉੱਪਰ ਜਾਏਗਾ ਥੱਲੇ ਜਾਏਗਾ, ਉੱਪਰ ਜਾਏਗਾ ਥੱਲੇ ਜਾਏਗਾ, ਤਾਂ ਇਹ ਮੋਸ਼ਨ ਜਿਹੜਾ ਹੈ ਇਹ ਅਸੀਂ ਰੋਟੇਸ਼ਨ ਮੋਸ਼ਨ 'ਚ ਇਹਨੂੰ ਕਨਵਰਟ ਕਰ ਸਕਦੇ ਹਾਂ। ਇਹਦਾ ਡਿਜ਼ਾਈਨ ਕਰਨਾ ਜਿਹੜਾ ਹੈਗਾ ਬਹੁਤ ਮੁਸ਼ਕਿਲ ਹੁੰਦਾ ਹੈ, ਕਿਉਂਕਿ ਸਾਨੂੰ ਪਤਾ ਨਹੀਂ ਵੇਵ ਕਿੰਨੀ ਵੱਡੀ ਆਣੀ ਹੈ ਕਿੰਨੀ ਛੋਟੀ ਆਣੀ ਹੈ ਨਾ, ਔਰ ਕੰਟਰੋਲ ਵੀ ਕੁਛ ਨਹੀਂ ਹੈ, ਪ੍ਰੈਡਿਕਟ ਵੀ ਨਹੀਂ ਕਰ ਸਕਦੇ ਕਿ ਨੈਕਸਟ ਲੇਅਰ ਕਦੋਂ ਆਏਗੀ, ਕਿੰਨੇ ਹਾਈਟ ਦੀ ਆਏਗੀ, ਅਸੀਂ ਦੱਸ ਨਹੀਂ ਸਕਦੇ। ਤਾਂ ਡਿਫਿਕਲਟ ਹੈ, ਹਾਲੇ ਇਹ ਨॉन ਕਨਵੈਨਸ਼ਨਲ ਹੈ, ਕਾफ़ी ਘੱਟ ਯੂਜ਼ ਹੁੰਦਾ ਹੈ, ਬਟ ਯੈਸ ਇੱਕ ਪੋਟੈਂਸ਼ੀਅਲ ਤਾਂ ਹੈ ਇਸ ਕਾइंड ਦੀ એનર્ਜੀ ਦਾ, ਜੇ ਅਸੀਂ ਇੱਥੋਂ ਕੱਢ ਲਈਏ, ਕਿਉਂਕਿ ਵੇਵ ਦੇਖੋ ਰੀਨਿਊਏਬਲ ਹੈ, ਲਹਿਰਾਂ ਤਾਂ ਆਉਂਦੀਆਂ ਰਹਿਣੀਆਂ, ਤਾਂ ਅਸੀਂ ਉੱਥੋਂ એનર્ਜੀ ਜਿਹੜੀ ਹੈ ਕੱਢ ਸਕਦੇ ਹਾਂ, ਇਲੈਕਟ੍ਰਿਸਿਟੀ ਜਨਰੇਟ ਕਰ ਸਕਦੇ ਹਾਂ। ਇੱਥੇ ਜਨਰੇਟਰ ਲਾਤਾ ਤੇ ਇੱਥੇ ਵਾਇਰ ਬਾਹਰ ਘਰਾਂ ਨੂੰ ਦੇ ਸਕਦੇ ਹੋ, ਜਿਹੜੇ ਕਿਨਾਰੇ ਤੇ ਹਨ ਖਾਸ ਕਰ ਉਹਨਾਂ ਨੂੰ ਦਿੱਤੀ ਜਾਂਦੀ ਹੈ, ਤੇ ਇਹ ਜਿਹੜੇ ਟਾਊਨਸ ਹਨ, ਇਹ ਵਿਲੇजेस ਹਨ, ਉਹਨਾਂ ਨੂੰ ਬਿਜਲੀ ਵੇਵ એનર્ਜੀ ਨਾਲ ਪਹੁੰਚਾਈ ਜਾਂਦੀ ਹੈ। ਇੱਥੇ ਬਸ ਸਮਝਣ ਦੀ ਥੋੜੀ ਜਿਹੀ ਕੋਸ਼ਿਸ਼ ਕਰਨੀ ਹੈ ਕਿ ਇਹ ਜਨਰੇਟਰ ਜਿਹੜਾ ਹੈ ਇਹਨੂੰ ਚਾਹੀਦੀ ਰੋਟੇਸ਼ਨ। ਹੁਣ ਲਹਿਰ ਜਿਹੜੀ ਹੈ ਉੱਪਰ ਥੱਲੇ ਜਾ ਰਹੀ ਹੈ, ਤਾਂ ਸਾਡੀ ਜਿਹੜੀ ਡਿਵਾਈਸ ਹੋਏਗੀ, ਜਿਹੜਾ ਬਾਕਸ ਹੋਏਗਾ ਉੱਪਰ ਨੀਚੇ ਮੂਵ ਕਰੇਗਾ, ਕਦੇ ਉੱਪਰ ਜਾਏਗਾ ਕਦੇ ਨੀਚੇ, ਇਹਨੂੰ ਹੀ ਅਸੀਂ ਇੱਕ ਜਨਰੇਟਰ ਨਾਲ ਕਨੈਕਟ ਕਰਾ ਲੈਂਦੇ ਹਾਂ। ਤਾਂ ਇਹ ਲੀਵਰ ਘੁੰਮੀ ਜਾਂਦਾ ਹੈ, ਉੱਪਰ ਜਾਏਗਾ ਫਿਰ ਨੀਚੇ ਜਾਏਗਾ, ਇੱਦਾਂ ਰਾਊਂਡ ਮੋਸ਼ਨ ਸਾਨੂੰ ਮਿਲ ਜਾਂਦਾ ਹੈ, ਤਾਂ ਕਰਕੇ ਅਸੀਂ ਵੇਵ એનર્ਜੀ ਯੂਜ਼ ਕਰ ਸਕਦੇ ਹਾਂ। ਹੁਣ ਦੇਖਦੇ ਹਾਂ ਓਸ਼ੀਅਨ ਥਰਮਲ એનર્ਜੀ। ਥਰਮਲ એનર્ਜੀ ਦਾ ਮਤਲਬ ਹੈ ਹੀਟ એનર્ਜੀ, ਅਗੇਨ ਓਸ਼ੀਅਨ ਦੀ। ਸਮੁੰਦਰ ਦਾ ਉੱਪਰਲੀ ਸਤਹ ਹੈ ਉਹ ਕਾਫੀ ਹੱਦ ਤੱਕ ਦੇਖੋ ਸੂਰਜ ਦੀ ਕਿਰਨਾਂ ਉਸ ਤੇ ਪੈਂਦੀਆਂ ਹਨ। ਜੇ ਸੂਰਜ ਦੀ ਕਿਰਨਾਂ ਪੈਣਗੀਆਂ ਤਾਂ ਇਹਦਾ ਟੈਂਪਰੇਚਰ ਵੱਧ ਜਾਏਗਾ। ਇਹ ਜਿਹੜਾ ਪਾਣੀ ਹੈ ਗਰਮ ਪਾਣੀ ਅਸੀਂ ਲੈ ਕੇ ਜਾਵਾਂਗੇ ਤੇ ਅਮੋਨੀਆ ਨੂੰ ਹੀਟ ਕਰਾ ਦਾਂਗੇ। ਅਮੋਨੀਆ ਹੀ ਕਿਉਂ ਲਿਆ? ਕਿਉਂਕਿ ਇਹ ਕਾਫੀ ਕਮ ਟੈਂਪਰੇਚਰ ਤੇ ਗੈਸੀਅਸ ਫਾਰਮ ਧਾਰਨ ਕਰ ਲੈਂਦਾ ਹੈ। ਇਹ ਗੈਸੀਅਸ ਫਾਰਮ ਅਸੀਂ ਯੂਜ਼ ਕਰ ਸਕਦੇ ਹਾਂ ਜਨਰੇਟਰ ਨੂੰ ਮੂਵ ਕਰਨ ਵਾਸਤੇ। ਇਹਦੀ એનર્ਜੀ ਬਣ ਜਾਏਗੀ, ਗੈਸੀਅਸ ਸਟੇਟ 'ਚ ਅਮੋਨੀਆ ਹੋਏਗਾ ਤੇ ਉਹਦੀ એનર્ਜੀ ਅਸੀਂ ਯੂਜ਼ ਕਰ ਲਾਂਗੇ ਜਨਰੇਟਰ ਨੂੰ ਮੂਵ ਕਰਾਉਣ ਵਾਸਤੇ, ਕੰਡਕਟਰ ਨੂੰ ਰੋਟੇਟ ਕਰਾਉਣ ਵਾਸਤੇ, ਤੇ ਇਲੈਕਟ੍ਰਿਸਿਟੀ ਜਨਰੇਟ ਕਰ ਸਕਦੇ ਹਾਂ। ਇਹਦੇ ਬਾਅਦ ਦੇਖਦੇ ਹਾਂ ਅਸੀਂ ਜੀਓਥਰਮਲ એનર્ਜੀ। ਜੀਓਥਰਮਲ ਮਤਲਬ ਇੱਥੇ ਜੀਓ ਮਤਲਬ ਅਰਥ ਦੀ ਹੀਟ એનર્ਜੀ। ਜੀਓਥਰਮਲ ਅਰਥ ਦੀ ਹੀਟ એનર્ਜੀ ਕਿੱਦਾਂ ਯੂਜ਼ ਕਰ ਸਕਦੇ ਹੋ? ਦੇਖੋ ਸਾਡੀ ਧਰਤੀ 'ਚ ਕਾਫੀ ਜਗ੍ਹਾ ਹੌਟ ਸਪੌਟਸ ਹਨ, ਜਿੱਦਾਂ ਵੋਲਕੈਨੋ ਹੁੰਦੇ ਹਨ। ਵੋਲਕੈਨੋ ਤਾਂ ਬਾਹਰ ਲਾਵਾ ਨਿਕਲ ਜਾਂਦਾ ਹੈ, ਪਰ ਕਈ ਵਾਰੀ ਕਿਹੋ ਜਿਹਾ ਐਸਾ ਪਲੇਨ ਵੀ ਹੁੰਦਾ ਹੈ, ਪਲੇਨ ਧਰਤੀ ਹੋਏਗੀ, ਬਟ ਉੱਥੇ ਕੀ ਹੁੰਦਾ ਹੈ ਕਿ ਥੱਲੇ ਜਿਹੜਾ ਹੈ ਮੋਲਟਨ ਲਾਵਾ ਜਿਹੜਾ ਹੈ ਕਾਫੀ ਪਹੁੰਚ ਗਿਆ ਹੁੰਦਾ ਹੈ, ਉਹ ਇਹਨੂੰ ਕਾਫੀ ਗਰਮ ਕਰ ਦਿੰਦਾ ਹੈ ਇਸ ਪੂਰੀ ਧਰਤੀ ਨੂੰ। ਹੁਣ ਇਹਦੇ ਕੰਟੈਕਸਟ 'ਚ ਜੇ ਸਪੋਜ਼ ਕਰੋ ਉੱਪਰ ਝੀਲ ਹੈ, ਠੀਕ ਹੈ ਨਾ, ਉਹਨੇ ਪਾਣੀ ਗਰਮ ਕਰਨਾ ਸ਼ੁਰੂ ਕਰ ਦੇਣਾ ਹੈ ਕਿਉਂਕਿ ਉਹਨੂੰ ਹੀਟ ਥੱਲੇੋਂ ਮਿਲਦੀ ਪਈ ਹੈ। ਮੋਲਟਨ ਜਿਹੜਾ ਪਾਰਟ ਹੈ ਉਹ ਆ ਚੁੱਕਾ ਹੈ ਉੱਪਰ ਕਰਸਟ ਦੇ ਕੋਲ, ਤਾਂ ਇਹ ਜਿਹੜੀ ਲੀਕੇਜ ਦੇ ਕਾਰਨ ਸਾਨੂੰ ਮਿਲਦੀ ਪਈ ਹੈ, ਇਹਦੇ ਨਾਲ ਸਟੀਮ ਬਣ ਸਕਦੀ ਹੈ। ਸਟੀਮ ਬਣ ਗਈ ਤਾਂ ਉੱਦਾਂ ਹੀ ਸਟੀਮ ਨਾਲ ਅਸੀਂ ਕੀ ਕਰ ਸਕਦੇ ਹਾਂ, ਟਰਬਾਈਨ ਮੂਵ ਕਰਾ ਸਕਦੇ ਹਾਂ ਇਹ ਸਟੀਮ ਨੂੰ ਟਰੈਪ ਕਰਕੇ। ਬਟ ਇਹ ਜਗ੍ਹਾ ਜੀ, ਇਹ ਚੀਜ਼ ਜਿਹੜੀ ਹੋਏਗੀ ਇਹ ਕਾਫੀ ਘੱਟ ਜਗ੍ਹਾ ਤੇ ਹੁੰਦੀ ਹੈ। ਖਾਸ ਕਰ ਤੁਸੀਂ ਦੇਖੋਗੇ ਨਿਊਜ਼ੀਲੈਂਡ 'ਚ ਕਾਫੀ ਯੂਜ਼ ਹੁੰਦੀ ਹੈ, ਬਟ ਉੱਥੇ ਇਹੋ ਜਿਹੀ ਚੀਜ਼ ਜਗ੍ਹਾ ਹੋਣੀ ਚਾਹੀਦੀ ਨਾ, ਹੌਟ ਸਪੌਟ ਹੋਣਾ ਚਾਹੀਦਾ ਨਾ। ਇਹ ਹਰ ਜਗ੍ਹਾ ਅਵੇਲੇਬਲ ਨਹੀਂ ਹੈ, ਬਟ ਫਿਰ ਵੀ ਦੇਖੋ ਨਿਊਜ਼ੀਲੈਂਡ ਤਾਂ ਯੂਜ਼ ਕਰ ਹੀ ਰਿਹਾ ਹੈ, USA ਵੀ, ਅਮਰੀਕਾ ਵੀ ਇਹਨੂੰ ਕਾਫੀ ਜਗ੍ਹਾ ਤੇ ਯੂਜ਼ ਕਰਦਾ ਹੈ। ਇਹ ਡਿਪੈਂਡ ਕਰੇਗਾ ਕਿ ਉੱਥੇ ਟੈਕਨੋਲੋਜੀ ਸਾਡੇ ਕੋਲ ਇਹੋ ਜਿਹੀ ਹੈਗੀ ਹੈ ਉਸ ਕੰਟਰੀ ਕੋਲ। ਦੂਜੀ ਚੀਜ਼ ਇਹੋ ਜਿਹੀ ਹੌਟ ਸਪੌਟਸ ਹੈਗੇ ਆ, ਪਹਿਲੀ ਗੱਲ ਤਾਂ ਅਸੀਂ ਇਹ ਦੇਖਣੀ ਹੈ। ਹੁਣ ਦੇਖੋ ਨੈਕਸਟ ਜਿਹੜਾ ਲਾਸਟ ਪੁਆਇੰਟ ਹੈ ਸਾਡਾ ਨॉन ਰੀਨਿਊਏਬਲ ਸੋਰਸ ਦਾ, ਨॉन ਕਨਵੈਂਸ਼ਨਲ ਸੋਰਸ ਦਾ, ਉਹ ਹੈ ਨਿਊਕਲੀਅਰ એનર્ਜੀ। ਨਿਊਕਲੀਅਰ એનર્ਜੀ ਕੀ ਹੈ? ਨਿਊਕਲੀਅਸ ਤੋਂ એનર્ਜੀ। ਨਿਊਕਲੀਅਸ ਮਤਲਬ ਐਟਮ ਹੁੰਦਾ ਹੈ। ਹੁਣ ਕਈ ਐਟਮ ਜਿਹੜੇ ਹੈਗੇ ਬਹੁਤ ਹੈਵੀ ਹੁੰਦੇ ਆ, ਤੁਸੀਂ ਸੁਣਿਆ ਉਹਨਾਂ ਨਾਮ ਪਲੂਟੋਨੀਅਮ, ਥੋਰੀਅਮ, ਯੂਰੇਨੀਅਮ, ਬਹੁਤ ਮਹਿੰਗੇ ਐਲੀਮੈਂਟਸ ਹਨ, ਸੋਨੇ ਤੋਂ ਵੀ ਜ਼ਿਆਦਾ ਮਹਿੰਗੇ ਹਨ। ਇਹ ਐਟਮਸ ਜਾਂ ਮਟੀਰੀਅਲਸ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਹੈਵੀ ਹੁੰਦੇ ਹਨ। ਜੇ ਤੁਸੀਂ ਆਪਣਾ ਪੀਰੀਓਡਿਕ ਟੇਬਲ ਦੇਖੋਗੇ ਇਹਨਾਂ ਨੇ ਸਭ ਤੋਂ ਥੱਲੇ ਆਉਣਾ ਹੈ, ਕਿਉਂਕਿ ਵੇਟ ਇੱਥੇ ਵੱਧਦਾ ਰਹਿੰਦਾ ਹੈ, ਇਹ ਬਹੁਤ ਵੱਡੇ ਹਨ। ਅਸੀਂ ਕੀ ਕਰਦੇ ਹਾਂ, ਇਹਨਾਂ ਨੂੰ ਅਸੀਂ ਬੰਬਾਰਡ ਕਰਦੇ ਹਾਂ ਜਾਂ ਹਿੱਟ ਕਰਦੇ ਹਾਂ, ਬੰਬਾਰਡ ਯਾਦ ਨਹੀਂ ਹੋ ਰਿਹਾ ਤਾਂ ਹਿੱਟ ਕਰਦੇ ਹਾਂ ਲੋ એનર્ਜੀ ਨਿਊਟਰੋਨਸ ਨਾਲ। ਲੋ એનર્ਜੀ ਨਿਊਟਰੋਨਸ ਜਦੋਂ ਇਹਨਾਂ ਨੂੰ ਲੱਗਣਗੇ, ਮੰਨ ਲਓ ਇਹ ਯੂਰੇਨੀਅਮ ਹੈ, ਯੂਰੇਨੀਅਮ ਦਾ ਐਟਮ ਹੈ, ਇੱਥੇ ਜਦੋਂ ਇਹ ਹਿੱਟ ਕਰੇਗਾ ਤਾਂ ਇਹ ਸਪਲਿਟ ਹੋ ਜਾਂਦਾ ਹੈ, ਟੁੱਟ ਜਾਂਦਾ ਹੈ ਛੋਟੇ ਛੋਟੇ ਆਪਣੇ ਲਾਈਟਰ ਐਟਮਸ। ਇਹਨੇ ਛੋਟਾ ਪਾਰਟ ਬਣਾ ਲੈਣਾ ਹੈ ਐਟਮਸ ਦਾ। ਬਟ ਇਸ ਪ੍ਰੋਸੈਸ 'ਚ ਕੀ ਹੁੰਦਾ ਹੈ, ਕਾਫੀ ਜ਼ਿਆਦਾ ਹੀਟ ਨਿਕਲਦੀ ਹੈ।
ਇਸ ਹੀਟ ਦਾ ਅਸੀਂ ਯੂਜ਼ ਕਰਦੇ ਹਾਂ। ਇਹ ਮਾੜੀ ਮੋਟੀ ਹੀਟ ਨਹੀਂ ਹੈ, ਇਹ ਇੰਨੀ ਹੀਟ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਇਹ ਪੂਰੇ ਨਿਊਕਲੀਅਸ ਦੀ ਪਾਵਰ ਹੈ। ਹੁਣ ਅਸੀਂ ਇਹਨੂੰ ਡਿਸਕਸ ਕਰਾਂਗੇ ਥੋੜੀ ਜਿਹੀ। ਪਹਿਲੇ ਤਾਂ ਸਮਝ ਲਈਏ ਨਿਊਕਲੀਅਰ ਫਿਜ਼ਨ ਜਿਹੜਾ ਹੈਗਾ ਉਹ ਅਸੀਂ ਪ੍ਰੋਸੈਸ ਯੂਜ਼ ਕਰਦੇ ਹਾਂ। ਫਿਜ਼ਨ ਮਤਲਬ ਹੁੰਦਾ ਟੁੱਟਣਾ, ਮਤਲਬ ਨਿਊਕਲੀਅਸ ਤੋੜਨਾ। ਕਿਸ ਦਾ ਤੋੜੋਗੇ? ਸਾਰਿਆਂ ਦਾ ਤੋੜ ਲੋਗੇ? ਨਹੀਂ, ਜਿਹੜੇ ਬਹੁਤ ਹੈਵੀ ਐਟਮ ਹਨ, ਜਿਹੜੇ ਟੁੱਟ ਸਕਦੇ ਹਨ, ਪਲੂਟੋਨੀਅਮ, ਥੋਰੀਅਮ ਤੇ ਯੂਰੇਨੀਅਮ, ਇਹਨਾਂ ਨੂੰ ਹਿੱਟ ਕਰਾਇਆ ਜਾਂਦਾ ਹੈ ਲੋ એનર્ਜੀ ਨਿਊਟਰੋਨਸ ਨਾਲ। ਦੇ ਸਪਲਿਟ ਹੋ ਜਾਂਦੇ ਨੇ ਲਾਈਟਰ ਐਟਮ, ਹਲਕੇ ਐਟਮਸ 'ਚ ਸਪਲਿਟ ਹੋ ਜਾਂਦੇ ਨੇ, ਬਟ ਇਹ ਪ੍ਰੋਸੈਸ 'ਚ ਉਹ ਬਹੁਤ ਜ਼ਿਆਦਾ એનર્ਜੀ ਰਿਲੀਜ਼ ਕਰਦੇ ਹਨ। ਇਹ એનર્ਜੀ ਅਸੀਂ ਯੂਜ਼ ਕਰ ਸਕਦੇ ਹਾਂ ਸਟੀਮ ਬਣਾ ਕੇ, ਫਿਰ ਟਰਬਾਈਨ ਘੁਮਾ ਸਕਦੇ ਹਾਂ ਅਤੇ ਇਲੈਕਟ੍ਰਿਸਿਟੀ ਜਨਰੇਟ ਕਰ ਸਕਦੇ ਹਾਂ। ਇਹਦੇ 'ਚ ਖਾਸ ਗੱਲ ਇਹ ਹੈ, ਇਹ ਪ੍ਰੋਸੈਸ 'ਚ ਨਿਊਕਲੀਅਰ ਫਿਜ਼ਨ 'ਚ ਮਾਸ ਜਿਹੜਾ ਹੈ ਕਨਵਰਟ ਹੋ ਜਾਂਦਾ ਹੈ એનર્ਜੀ 'ਚ। ਤੁਸੀਂ ਇੱਕ ਆਇਨਸਟਾਈਨ ਦਾ ਫਾਰਮੂਲਾ ਸੁਣਿਆ ਹੋਣਾ, E=mc²। ਜਿਹੜਾ ਐਟਮ ਬੰਬ ਹੈ ਇਸੀ ਫਾਰਮੂਲੇ ਤੇ ਬੇਸਡ ਹੈ, ਯਾਨੀ ਕਿ એનર્ਜੀ ਮਾਸ ਤੇ ਮਾਸ એનર્ਜੀ 'ਚ ਕਨਵਰਟ ਹੋ ਸਕਦਾ ਹੈ। ਅਸੀਂ ਵੇਖਿਆ ਜਦੋਂ ਫਿਜ਼ਨ ਕਰਾਇਆ, ਮੰਨ ਲਓ ਇਹ ਯੂਰੇਨੀਅਮ ਹੈ ਤੇ ਉਹਦੇ ਬਾਅਦ ਅਸੀਂ ਇਹਨੂੰ ਨਿਊਟਰੋਨ ਨਾਲ ਹਿੱਟ ਕਰਾਇਆ ਤੇ ਜਿਹੜਾ ਬਾਅਦ 'ਚ ਇੱਕ ਲਾਈਟਰ ਐਟਮ ਬਣਿਆ, ਯਾਨੀ ਕਿ ਇਸ ਤੋਂ ਹਲਕਾ ਐਟਮ ਬਣਿਆ ਤੇ ਬਹੁਤ ਜ਼ਿਆਦਾ એનર્ਜੀ ਨਿਕਲੀ। ਅਸੀਂ ਇਹਨਾਂ ਦਾ ਭਾਰ ਦੇਖਿਆ ਤਾਂ ਦੇਖਿਆ ਮੰਨ ਲਓ 1.9 ਥਾ, ਇੱਥੇ ਭਾਰ ਇੱਥੇ 1.8 ਰਿਹਾ। ਤਾਂ ਇਹ 1.9 ਤੇ 1.8 ਯਾਨੀ ਕਿ ਮਾਸ ਕੰਜ਼ਰਵੇਸ਼ਨ ਹੋਣਾ ਚਾਹੀਦੀ ਹੈ ਨਾ। ਕੋਈ ਵੀ ਚੀਜ਼ ਹੋਵੇ ਮਾਸ ਤਾਂ ਨਹੀਂ ਜਾਣਾ ਚਾਹੀਦਾ ਕਿਤੇ, ਪਰ ਇੱਥੇ ਦੇਖੋ 1.9 ਤੇ 1.8, ਇਹ 0.1 ਜਿਹੜਾ ਮਾਸ ਗਿਆ ਇਹ ਕਿੱਥੇ ਗਿਆ? ਇਹ ਮਾਸ ਨੇ ਇੱਥੇ ਪਾਓ ਇਕੁਏਸ਼ਨ 'ਚ 0.1। c ਦਾ ਮਤਲਬ ਹੈ ਸਪੀਡ ਆਫ ਲਾਈਟ ਜਿਹੜੀ ਹੁੰਦੀ ਹੈ 3 × 10⁸ ਮੀਟਰ ਪਰ ਸੈਕਿੰਡ। ਇੱਥੇ ਉਹਦਾ ਸਕੁਏਅਰ ਕਰ ਦਿਓ, ਉਨੀ એનર્ਜੀ ਜਨਰੇਟ ਕਰ ਦੇਗਾ। ਛੋਟਾ ਜਿਹਾ 0.1 ਕਿਲੋਗ੍ਰਾਮ ਵੀ ਕਿੰਨੀ ਜ਼ਿਆਦਾ એનર્ਜੀ ਇੱਥੇ ਜਨਰੇਟ ਕਰ ਸਕਦਾ ਹੈ। ਇੱਕ ਅਗਰ ਤੁਸੀਂ ਅੰਦਾਜ਼ਾ ਲਾਣਾ ਹੈ ਤਾਂ 1 ਐਟਮ ਯੂਰੇਨੀਅਮ ਦਾ ਲੈ ਲਓ ਤੇ 1 ਐਟਮ ਕੋਇਲੇ ਦਾ ਲੈ ਲਓ। ਇਹ ਉਸ ਤੋਂ 1 ਕਰੋੜ ਟਾਈਮਸ એનર્ਜੀ ਪ੍ਰੋਵਾਈਡ ਕਰੇਗਾ। ਹੈ ਨਾ ਅਚਰਜ ਦੀ ਗੱਲ। ਯਾਨੀ ਕਿ ਇੱਕ ਯੂਰੇਨੀਅਮ ਦਾ ਐਟਮ ਤੇ ਇੱਕ ਕੋਲ, ਉੱਦਾਂ ਹੀ ਇੱਕ ਕੋਇਲਾ ਤੇ ਇੱਕ ਕੋਇਲੇ ਦਾ ਤਾਪ ਦੇਖ ਲਓ ਕਿੰਨਾ ਕੁ ਨਿਕਲਦਾ ਹੈ। ਹੁਣ ਉਹਨੂੰ, ਉਸ ਤਾਪ ਨੂੰ 1 ਕਰੋੜ ਨਾਲ ਮਲਟੀਪਲਾਈ ਕਰੋ, ਤਾਂ ਕਰਕੇ ਯੂਰੇਨੀਅਮ ਦਾ ਉਨਾ ਕੁ ਪੀਸ ਉਨੀ એનર્ਜੀ ਦੇ ਸਕਦਾ ਹੈ ਨਾ। ਬਹੁਤ ਜ਼ਿਆਦਾ ਤਗੜੀ ਚੀਜ਼ ਹੈ। ਫਿਰ ਇਸ ਹੀਟ ਦਾ ਅਸੀਂ ਕੀ ਕਰਦੇ ਹਾਂ? ਕਨਵਰਟ ਕਰ ਦਿੰਦੇ ਹਾਂ ਵਾਟਰ ਨੂੰ ਕਨਵਰਟ ਕਰ ਦਿੰਦੇ ਹਾਂ ਸਟੀਮ 'ਚ, ਤੇ ਫਿਰ ਟਰਬਾਈਨਸ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਇਹ ਸਾਰੇ ਨਾਨ ਕਨਵੈਨਸ਼ਨਲ ਮੈਥਡ ਸੀਗੇ।